ਇਹ ਜਿਹੜਾ ਸਾਡੇ ਭਗਵੰਤ ਸਿੰਘ ਮਾਨ ਜਿਹੜੇ ਚੀਫ ਮਿਨਿਸਟਰ ਨੇ ਇਹ ਆਪਦੇ ਕਿਤੇ ਜੋ ਅਜੇ ਬਾਹਰ ਹੀ ਨਹੀਂ ਆਏ। ਮੈਂਟਲੀ ਇਹਨਾਂ ਦਾ ਜਿਹੜਾ ਨਾ ਉਹ ਉੱਥੇ ਹੀ ਹੈ। ਉਹ ਕਹਿੰਦਾ ਜਿਵੇਂ ਆਪਾਂ ਕਹਿੰਦੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਓਕੇ ਇਹ ਜਿਵੇਂ ਉਹ ਇਹਨਾਂ ਦਾ ਭੰਡਾਂ ਵਾਲਾ ਕੰਮ ਸੀਗਾ ਕੀ ਉਹਨੂੰ ਕਹਿੰਦੇ ਆ ਜਿਹੜਾ ਕਮੇਡੀ ਕਰਦੇ ਸੀਗੇ ਤਾਂ ਕਮੇਡੀ ਹੀ ਹਰੇਕ ਇਸ਼ੂਜ਼ ਵਿੱਚ ਕਮੇਡੀ ਹੀ ਕਰ ਰਹੇ ਨੇ ਐਜ਼ ਪਰ ਰੂਲਸ ਐਂਡ ਰੈਗੂਲੇਸ਼ਨਸ। ਜਿਹੜਾ ਰਾਜਪਾਲ ਵਰਤ ਰਹੇ ਨੇ ਇਹ ਕੋਈ ਇਹਦੇ ਘਰ ਦਾ ਨਹੀਂ ਗਾ ਵੀ ਚੌਪਰ ਲੈ ਕੇ ਆ ਗਿਆ ਤੇ ਵੀ ਮੇਰਾ ਇਹਦਾ ਕਿਵੇਂ ਹੋ ਗਿਆ। ਇਹਦੇ ਬਾਪੂ ਨੇ ਖਰੀਦ ਕੇ ਦਿੱਤਾ ਸੀਗਾ ਇਹਨੂੰ ਤੇ ਤੋਂ ਪੈਸਾ ਗਿਆ ਹੈ ਉਹ ਪੈਸੇ ਦੀ ਵਰਤੋਂ ਉਹਦੇ ਵਿੱਚ ਹੋਵੇ ਇਹ ਡਾਈਵਰਟ ਕਰ ਲੈਂਦੇ। ਹੁਣ ਪੈਸਾ ਇਹਨਾਂ ਨੂੰ ਆਇਆ ਸੀ ਹੈਲਥ 'ਚ ਕਿਸੇ ਹੋਰ ਕੰਮ ਲਈ। ਇਹਨਾਂ ਮਹੱਲਾ ਕਲੀਨਿਕ ਜਿਹੜਾ ਬੇਸਿਕ ਸਟਰਕਚਰ ਖੜਾ ਕਰਨ ਵਾਸਤੇ ਬੇਸਿਕ ਸਟਰਕਚਰ ਵੀ ਖੜਾ ਨਹੀਂ ਕੀਤਾ। ਬਣੀਆਂ ਹੋਈਆਂ ਬਿਲਡਿੰਗਾਂ ਨੂੰ ਲੀਪਾ ਪੋਚੀ ਮਾਰ ਕੇ ਤੇ ਉਹ ਮਹੱਲਾ ਕਲੀਨਿਕਾਂ ਬਣਾਤੀਆਂ। ਮਹੱਲਾ ਕਲੀਨਿਕ ਵੀ ਨਹੀਂ ਚੱਲੀਆਂ। ਸਾਡੇ ਗੁਰੂ ਸਾਹਿਬ ਨੇ ਨਾ ਗੁਰਬਾਣੀ ਦੇ ਵਿੱਚ ਸਾਬਤ ਸੂਰਤ ਦਸਤਾਰ ਸਿਰਾ। ਜੇ ਸਿਰ ਤੇ ਦਸਤਾਰ ਹੈ ਤਾਂ ਸਾਨੂੰ ਸਾਬਤ ਸੂਰਤ ਹੋਣਾ ਚਾਹੀਦਾ। ਦੂਸਰਾ ਕੁੱਠਾ ਮਾਸ ਖਾਣਾ ਉਹ ਵੀ ਇੱਕ ਬੱਜਰ ਕ੍ਰੈਤ ਹੈ। ਪਰ ਤਰੇ ਰੂਪ ਨਾ ਪੇਖੇ ਨਿੱਤਰ ਭਰਾ ਇਸਤਰੀ ਦਾ ਸੰਗ ਕਰਨਾ ਉਹ ਵੀ ਇੱਕ ਬੱਜਰ ਕ੍ਰੈਤ ਹੈ। ਮੌਕੇ ਇਹ ਆਪਾਂ ਨੂੰ ਪਹਿਲਾਂ ਤੰਬਾਕੂ ਦਾ ਸੇਵਨ ਨਸ਼ੇ ਦਾ ਸੇਵਨ ਕਰਨਾ ਮੌਕੇ ਆਪਣੇ ਕੇਸ ਕਤਲ ਕਰਾਉਣੇ। ਕਹਿਣ ਦਾ ਭਾਵ ਹੈ ਕਿ ਜੇ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਸਾਨੂੰ ਕਹੀਆਂ ਨੇ ਉਹ ਪਹਿਲਾਂ ਆਪਦੀ ਪੀੜ੍ਹੀ ਥੱਲੇ ਤੋਂ ਸੋਟਾ ਮਾਰ ਲਵੇ। ਇਹ ਤਾਂ ਹੁਣ ਮੇਰੇ ਖਿਆਲ ਕੇਜਰੀਵਾਲ ਦਾ ਪਾਇਲਟ ਹੀ ਬਣਿਆ ਹੋਇਆ। ਔਰ ਉਹ ਜਿਹੜਾ ਜਹਾਜ਼ ਹੁਣ ਪਿੱਛੇ ਜੇ ਇਹਨਾਂ ਨੇ ਕਿਹਾ ਸੀ ਅਸੀਂ ਉਹ ਲੈਣਾ, ਮੈਂ ਖਿਆਲ ਲੈ ਹੀ ਲਿਆ। ਜਿਹੜਾ ਆਪਣਾ ਉਹ ਜਿਹੜਾ ਪਲੇਨ ਦੇ ਉੱਪਰ ਕਿਉਂਕਿ ਨਾ ਵੀ ਜਿਹੜਾ ਹੈਲੀਕਾਪਟਰ ਸਲੋ ਚੱਲਦਾ ਹੈ ਵੀ ਅਸੀਂ ਛੇਤੀ ਭੱਜ ਕੇ ਬਾਹਰ ਸਾਰੀਆਂ ਸਟੇਟਾਂ 'ਚ ਹੁਣ ਕਰਨਾਟਕਾ 'ਚ ਇਲੈਕਸ਼ਨ ਲੜੀ ਸਾਰੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਨੇ। ਇਹ ਨਾ ਬੜੀ ਵੱਡੀ ਲਾਲਸਾ ਰੱਖਦੇ ਆ, ਲਾਲਸਾ ਵੀ ਰਾਜ ਭਾਗ ਦੀ। ਔਰ ਉਹਦੇ ਵਿੱਚ ਭਾਵਨਾ ਕੀ ਪਹਿਲਾਂ ਕਹਿੰਦੇ ਸੀ ਅਸੀਂ ਜੀ ਬਿਲਕੁਲ ਕਦੀ ਜਿਹੜਾ ਹੈਗਾ ਨਾ ਸਿਕਿਉਰਿਟੀ ਨਹੀਂ ਲਾਂਗੇ, ਅਸੀਂ ਛੋਟੇ ਸਿੰਪਲ ਘਰਾਂ 'ਚ ਰਹਾਂਗੇ। ਹੁਣ 50 ਕਰੋੜ ਰੁਪਈਆ ਇਹਦੇ ਬੌਸ ਨੇ ਲਾਤਾ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਆਪ ਜੀ ਨੂੰ ਪਤਾ ਅਸੀਂ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਾਂ ਔਰ ਨਵੇਂ ਮੁੱਦੇ 'ਤੇ ਵਿਚਾਰ ਕਰਨ ਲਈ ਇੱਕ ਨਵਾਂ ਚਿਹਰਾ ਆਪ ਜੀ ਦੇ ਰੂਬਰੂ ਕਰਦੇ ਹਾਂ। ਅੱਜ ਪੰਜਾਬ ਦੇ ਭਖ ਦੇ ਮੁੱਦਿਆਂ 'ਤੇ ਵਿਚਾਰ ਕਰਾਂਗੇ। ਸਾਡੇ ਨਾਲ ਬੀਜੇਪੀ ਭਾਜਪਾ ਦੇ ਬਹੁਤ ਪੁਰਾਣੇ ਔਰ ਸੀਨੀਅਰ ਆਗੂ ਨੇ ਪੰਜਾਬ ਦੇ ਸਾਡੇ ਨਾਲ ਜੁੜੇ ਨੇ। ਸੋ ਵਿਧਾਨ ਸਭਾ ਦੇ ਵਿੱਚ ਕੇਂਦਰ ਦੇ ਖਿਲਾਫ ਗੱਲਾਂ ਉੱਠੀਆਂ ਨੇ, ਕੇਂਦਰ ਦੇ ਰਾਜਪਾਲ ਦੇ ਵਿਰੁੱਧ ਗੱਲਾਂ ਉੱਠੀਆਂ ਨੇ। ਉਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਪਹੁੰਚੇ ਹਾਂ ਸਰਦਾਰ ਮਨਜੀਤ ਸਿੰਘ ਜੀ ਰਾਏ ਜੀ ਪਾਸ। ਔਰ ਸਭ ਤੋਂ ਪਹਿਲਾਂ ਅਸੀਂ ਰਾਏ ਸਾਹਿਬ ਦਾ ਆਪਣੇ ਚੈਨਲ 'ਤੇ ਸਵਾਗਤ ਕਰਦੇ ਹਾਂ। ਰਾਏ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣਾ ਹਰਪਾਲ ਜੀ ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮੈਨੂੰ ਅੱਜ ਮੌਕਾ ਦੇ ਰਹੇ ਹੋ ਸਾਰੇ ਇਸ਼ੂਜ਼ ਦੇ ਉੱਪਰ ਗੱਲਬਾਤ ਰੱਖਣ ਦਾ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਧਾਨ ਸਭਾ ਸੈਸ਼ਨ ਦੇ ਵਿੱਚ ਰਾਏ ਸਾਹਿਬ ਗੱਲ ਚੱਲੀ ਏ ਵੀ ਔਰ ਹਰੇਕ ਅਖਬਾਰ ਦੇ ਉੱਪਰ ਅੱਜ ਸਟੇਟਸ ਲੱਗੇ ਵੀ ਭਗਵੰਤ ਮਾਨ ਸਾਹਿਬ ਨੇ ਇੱਕ ਮਜ਼ਾਕੀਆ ਲਹਿਜ਼ੇ ਦੇ ਵਿੱਚ ਗੱਲ ਕੀਤੀ। ਕਹਿਣ ਲੱਗੇ ਕੇਂਦਰ ਨੇ ਨਾ ਇੱਕ ਤੰਗ ਕਰਨ ਲਈ ਹਰ ਸੂਬੇ ਦੇ ਵਿੱਚ ਇੱਕ ਬੰਦਾ ਛੱਡਿਆ ਵੀ ਜਿਹਦਾ ਨਾਮ ਹੈ ਰਾਜਪਾਲ। ਇਹਨਾਂ ਦੇ ਬਿਆਨ ਨੂੰ ਕਿਵੇਂ ਵੇਖਦੇ? ਮੈਂ ਹਰਪਾਲ ਜੀ ਇਹ ਜਿਹੜਾ ਸਾਡੇ ਭਗਵੰਤ ਸਿੰਘ ਮਾਨ ਜਿਹੜੇ ਚੀਫ ਮਿਨਿਸਟਰ ਨੇ ਇਹ ਆਪਦੇ ਕਿਤੇ ਜੋ ਅਜੇ ਬਾਹਰ ਹੀ ਨਹੀਂ ਆਏ। ਮੈਂਟਲੀ ਇਹਨਾਂ ਦਾ ਜਿਹੜਾ ਨਾ ਉਹ ਉੱਥੇ ਹੀ ਹੈ। ਉਹ ਕਹਿੰਦਾ ਜਿਵੇਂ ਆਪਾਂ ਕਹਿੰਦੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਓਕੇ ਇਹ ਜਿਵੇਂ ਉਹ ਇਹਨਾਂ ਦਾ ਭੰਡਾਂ ਵਾਲਾ ਕੰਮ ਸੀਗਾ ਕੀ ਉਹਨੂੰ ਕਹਿੰਦੇ ਆ ਜਿਹੜਾ ਕਮੇਡੀ ਕਰਦੇ ਸੀਗੇ ਤਾਂ ਕਮੇਡੀ ਹੀ ਹਰੇਕ ਇਸ਼ੂਜ਼ ਵਿੱਚ ਕਮੇਡੀ ਹੀ ਕਰ ਰਹੇ ਨੇ। ਹੁਣ ਤੁਸੀਂ ਦੱਸੋ ਰਾਜਪਾਲ ਹੀ ਇਜ਼ ਦਾ ਰਿਪਰੈਜ਼ੈਂਟੇਟਿਵ ਆਫ ਪ੍ਰੈਜ਼ੀਡੈਂਟ ਆਫ ਇੰਡੀਆ। ਸਾਡਾ ਇੱਕ ਸੰਵਿਧਾਨ ਜਾਂ ਤਾਂ ਕਹਿ ਦੇਣ ਸਿੱਧਾ ਅਸੀਂ ਸੰਵਿਧਾਨ ਨੂੰ ਮੰਨਦੇ ਹੀ ਨਹੀਂ। ਔਰ ਸੰਵਿਧਾਨ ਦੇ ਤਹਿਤ ਉਹ ਇੱਕ ਸਾਡੇ ਦੇਸ਼ ਵਿੱਚ ਇਲੈਕਟਡ ਰਿਪਰੈਜ਼ੈਂਟੇਟਿਵ ਹੈ ਜਿਹੜਾ ਇਹ ਕਹਿੰਦਾ ਨਾ ਵੀ ਮੈਂ ਚੁਣਿਆ ਹੋਇਆ ਨੁਮਾਇੰਦਾ ਹਾਂ। ਉਹ ਜਿਹੜਾ ਸਾਰੇ MLAs ਵੱਲੋਂ ਸਾਰੇ MLCs ਵੱਲੋਂ ਸਾਰੇ ਲੋਕ ਸਭਾ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਔਰ ਮੈਂਬਰ ਪਾਰਲੀਮੈਂਟ ਰਾਜ ਸਭਾ ਵੱਲੋਂ ਰਾਸ਼ਟਰਪਤੀ ਚੁਣਿਆ ਹੁੰਦਾ ਔਰ ਉਹ ਵਿਅਕਤੀ ਆਪਣਾ ਇੱਕ ਨੁਮਾਇੰਦਾ ਸਟੇਟਾਂ ਦੇ ਵਿੱਚ ਐਜ਼ ਨੋਮੀਨੇਟ ਕਰਦਾ ਹੈ। ਉਹਨਾਂ ਨੂੰ ਗਵਰਨਰ ਉਹਨਾਂ ਨੂੰ ਰਾਜਪਾਲ ਬਣਾਉਂਦਾ ਹੈ ਕਿਉਂਕਿ ਉਹ ਜਿਹੜਾ ਗਵਰਨਰ ਹੁੰਦਾ ਹੀ ਇਜ਼ ਦਾ ਰਿਪਰੈਜ਼ੈਂਟੇਟਿਵ ਆਫ ਦਾ ਪ੍ਰੈਜ਼ੀਡੈਂਟ ਆਫ ਇੰਡੀਆ। ਔਰ ਮੈਂ ਕਹਿੰਦਾ ਵੀ ਇਹ ਉਹਨੂੰ ਆਦਮੀ ਕਹਿ ਰਹੇ ਆ
ਬਲਕਿ ਇਹਨਾਂ ਨੂੰ ਇਹ ਸੋਚ ਲੈਣ ਫਿਰ 29 ਸਿਰਾਂ ਵਾਲਾ ਰਾਵਣ ਇੱਕ ਲੈ ਹੁਣ ਕੇਜਰੀਵਾਲ ਨੂੰ ਉੱਥੇ ਬਿਠਾ ਦੇਣ, ਕਿਉਂਕਿ ਇਹਨੂੰ ਜਿਹੜੇ ਪਾਸੇ ਵੇਖਾਂ ਮੈਨੂੰ ਕੇਜਰੀਵਾਲ ਦਿਸਦਾ, ਇਸ ਬੰਦੇ ਨੂੰ ਤਾਂ ਕੇਜਰੀਵਾਲ ਹੀ ਦਿਸਦਾ। ਔਰ ਇਹ ਉਹਦਾ ਪਾਇਲਟ ਬਣ ਕੇ ਕੰਮ ਕਰਦਾ, ਕਦੀ ਉਹਦੇ ਜਾ ਕੇ ਚਰਨੀ ਪੈਂਦਾ। ਮੌਕੇ ਇਸ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਜਿਹੜੀਆਂ ਕਰਨ ਡਿਆ, ਇਹ ਆਪਣੀ ਕਮੇਡੀ ਭਾਸ਼ਾ ਦੇ ਵਿੱਚੋਂ ਅਜੇ ਬਾਹਰ ਨਹੀਂ ਨਿਕਲਿਆ। ਮਤੇ ਵੀ ਪਾਸ ਹੋ ਗਏ ਨੇ, ਕੇਵਲ ਉਹਨਾਂ ਤੰਗ ਕਰਨ ਵਾਲਾ ਕੇਂਦਰ ਦਾ ਬੰਦਾ ਹੀ ਨਹੀਂ ਕਿਹਾ, ਉਹਨਾਂ ਨੇ ਕੱਲ ਪਾਵਰਾਂ ਵੀ ਖੋਲੀਆਂ ਵੀ ਅੱਜ ਕਹਿੰਦੇ ਵੀ ਜਿਹੜੀਆਂ ਯੂਨੀਵਰਸਿਟੀਆਂ ਦੇ ਉੱਪਰ ਜੋ ਅਧਿਕਾਰ ਸੀ, ਜੋ ਦਖਲਅੰਦਾਜ਼ੀ ਸੀ, ਵਾਈਸ ਚਾਂਸਲਰ ਰਾਜਪਾਲ ਸਨ, ਅੱਜ ਤੋਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਜਿਹੜੇ ਵਾਈਸ ਚਾਂਸਲਰ ਨੇ ਉਹ ਸੀਐਮ ਭਗਵੰਤ ਮਾਨ ਸਾਹਿਬ ਨੇ, ਅੱਜ ਤੋਂ ਰਾਜਪਾਲ ਨਹੀਂ ਹੋਏਗਾ। ਇਹ ਕੱਲ ਬਿੱਲ ਪਾਸ ਹੋ ਗਿਆ। ਇਹ ਤਾਂ ਸਿੱਧਾ ਨਾ ਫੈਡਰਲ ਸਿਸਟਮ ਨੂੰ ਇੱਕ ਚੁਣੌਤੀ ਦੇਣ ਵਾਲੀ ਗੱਲ ਹੈ। ਸੰਵਿਧਾਨ ਨੂੰ ਤੇ ਫੈਡਰਲ ਸਿਸਟਮ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ। ਸਾਡਾ ਇੱਕ ਸੰਘੀ ਢਾਂਚਾ ਹੈ, ਸੰਘੀ ਢਾਂਚੇ ਦੇ ਤਹਿਤ ਜਿਹੜਾ ਸਾਡਾ ਗਵਰਨਰ ਬਣਦਾ ਹੈ, ਉਹਦੀ ਜਿੰਨਾ ਚਿਰ ਮੋਹਰ ਨਹੀਂ ਲੱਗਦੀ ਕੋਈ ਵੀ ਕਾਨੂੰਨ ਜਿਹੜਾ ਕਾਨੂੰਨ ਨਹੀਂ ਬਣਦਾ। ਔਰ ਕੋਈ ਵੀ ਆਪਣੇ ਜਿੰਨੀਆਂ ਵੀ ਨੋਮੀਨੇਟ ਪੋਸਟਾਂ ਹੁੰਦੀਆਂ ਉਹਨਾਂ ਵੀ ਔਨ ਦੀ ਬਿਹਾਫ ਆਫ ਦੀ ਪ੍ਰੈਜ਼ੀਡੈਂਟ ਆਫ ਇੰਡੀਆ ਗਵਰਨਰ ਉਹਨਾਂ ਨੂੰ ਜਿਹੜਾ ਸਰਟੀਫਾਈ ਕਰਦਾ ਹੈ। ਤਾਂ ਮੈਂ ਕਹਿੰਦਾ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਇਸ ਚੀਜ਼ ਦਾ ਧਿਆਨ ਕਰਨਾ ਚਾਹੀਦਾ ਹੈ ਕਿ ਉਹ ਵਿਅਕਤੀ ਜਿਹੜਾ ਰਾਸ਼ਟਰਪਤੀ ਦਾ ਨੁਮਾਇੰਦਾ ਹੈ, ਰਾਸ਼ਟਰਪਤੀ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ, ਉਹ ਚੁਣਿਆ ਹੋਇਆ। ਜੇ ਹਰ ਵਾਰੀ ਇਹ ਗੱਲ ਕਰਦਾ ਨਹੀਂ ਮੈਂ ਲੋਕਾਂ ਦਾ ਚੁਣਿਆ, ਮੈਂ ਲੋਕਾਂ ਦੇ ਮੈਂ ਕਰਦਾ ਹੈ, ਮੈਂ ਜਿਹੜੀ ਹੈ ਨਾ ਮੈਂ ਵੀ ਤਿਆਗਣੀ ਚਾਹੀਦੀ ਹੈ। ਹਰਜੂ ਹੰਕਾਰ ਨਾ ਪਾਵੇ ਵੇਦ ਕੂਕ ਸੁਣਾਵੇ, ਤੋ ਇਹ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ। ਜਿਹੜਾ ਉਸ ਹੰਕਾਰ ਦੇ ਤਹਿਤ ਕਹਿੰਦਾ ਮੈਂ ਚੁਣਿਆ ਹੋਇਆ ਲੋਕਾਂ ਦਾ ਨੁਮਾਇੰਦਾ। ਅਰੇ ਭਾਈ ਜਿਹੜਾ ਰਾਸ਼ਟਰਪਤੀ ਉਹ ਵੀ ਚੁਣਿਆ ਹੋਇਆ, ਉਹਨੂੰ MLA ਚੁਣਦੇ ਆ, MP ਚੁਣਦੇ ਨੇ, ਉਹਨੂੰ ਸਾਰੇ ਜਿਹੜੇ MLC ਚੁਣਦੇ ਨੇ, ਉਹ ਚੁਣ ਕੇ ਆਇਆ, ਉਹਨੇ ਆਪਦਾ ਬੰਦਾ ਨੋਮੀਨੇਟ ਕੀਤਾ। ਤੂੰ ਜੇ ਚੁਣਿਆ ਤੇ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਦੇਸ਼ ਵਿੱਚ ਚੁਣ ਕੇ ਉਹਨੂੰ ਲੋਕੀ ਜਿਹੜਾ ਇਲੈਕਟ ਕਰਦੇ ਆ ਐਜ਼ ਪਰ ਡੈਮੋਕ੍ਰੇਸੀ, ਐਜ਼ ਪਰ ਸੰਵਿਧਾਨ। ਔਰ ਇਹ ਵਿਅਕਤੀ ਮੇਰੇ ਹਿਸਾਬ ਸੂਬੇ ਦਾ ਮਤਲਬ ਰਾਜਪਾਲ ਜਿਹੜਾ ਹੈ ਗਵਰਨਰ ਆਫ ਪੰਜਾਬ, ਤੇ ਇਹ ਉਹਨਾਂ ਕੋਲ ਜਿੰਨੇ ਵੀ ਅਧਿਕਾਰ ਸਨ ਜਿਹੜੇ ਸਾਰੇ ਕੱਲ ਬਿੱਲ ਪਾਸ ਹੋ ਗਿਆ ਵੀ ਸਾਰੇ ਅਧਿਕਾਰ ਜਿਹੜੇ ਨੇ ਯੂਨੀਵਰਸਿਟੀਆਂ ਦੇ ਜੋ ਦੂਜੇ ਇਹ ਮੈਂ ਨਹੀਂ ਕਹਿ ਰਿਹਾ, ਅੱਜ ਦੇ ਹਰੇਕ ਨਿਊਜ਼ਪੇਪਰ 'ਤੇ ਵੱਡੀ ਖਬਰ ਲੱਗੀ ਏ ਵੀ ਅੱਜ ਤੋਂ ਜੋ ਉਹਨਾਂ ਨੂੰ ਚਲਾਉਣਗੇ, ਪਹਿਲਾਂ ਰਾਜਪਾਲ ਚਲਾਉਂਦੇ ਸੀ ਪਰ ਅੱਜ ਤੋਂ ਭਗਵੰਤ ਮਾਨ ਸਾਹਿਬ ਚਲਾਉਣਗੇ, ਅੱਜ ਤੋਂ ਵਾਈਸ ਚਾਂਸਲਰ ਭਗਵੰਤ ਮਾਨ ਸਾਹਿਬ ਨੇ। ਮੈਂ ਤਾਂ ਕਹਿੰਦਾ ਜੀ ਇਹਨਾਂ ਨੂੰ ਉਹੀ ਹੈ 29 ਸਿਰਾਂ ਵਾਲਾ ਰਾਵਣ 29 ਸਿਰਾਂ ਵਾਲਾ ਕੇਜਰੀਵਾਲ ਲੈ ਆਉਣ, ਜਿੱਥੇ ਵੀ ਉਹਨੂੰ ਰਾਜਪਾਲ ਦੇ ਵੀ ਬਿਠਾ ਦੇਣ ਤੇ ਉਹ ਵੇਖਣ ਉਹਨਾਂ ਦੀ ਜੋ ਇਹ ਕਹਿਣਗੇ ਯੈਸ ਸਰ ਇਹ ਉਹ ਚਾਹੁੰਦਾ ਹੈ। ਕਿਉਂਕਿ ਦੇਖੋ ਜਿਹੜੇ ਫੈਡਰਲ ਸਿਸਟਮ ਦੇ ਤਹਿਤ ਜਿਹੜੀਆਂ ਪੋਸਟਾਂ ਨੇ ਉਹਨਾਂ ਪੋਸਟਾਂ ਦੀ ਮਰਿਆਦਾ ਔਰ ਉਹਨਾਂ ਦਾ ਮਾਨ ਸਨਮਾਨ ਰੱਖਣਾ ਸਾਡਾ ਫਰਜ਼ ਬਣਦਾ। ਇਹ ਵਿਅਕਤੀ ਉਸ ਮਾਨ ਸਨਮਾਨ ਵੱਲ ਧਿਆਨ ਨਹੀਂ ਦੇ ਰਿਹਾ ਔਰ ਜੇ ਇਸ ਤਰ੍ਹਾਂ ਦਾ ਇਹ ਕਰ ਰਿਹਾ ਸਾਡੇ ਫੈਡਰਲ ਸੰਘੀ ਢਾਂਚੇ ਨੂੰ ਤੋੜ ਰਿਹਾ, ਸਾਡੇ ਸੰਵਿਧਾਨ ਦੀ ਉਲੰਘਣਾ ਕਰ ਰਿਹਾ, ਲੋਕ ਸਾਰਾ ਦੇਖ ਰਹੇ ਨੇ। ਇਸ ਤਰ੍ਹਾਂ ਦੀ ਡਰਾਮੇਬਾਜ਼ੀ ਜਿਹੜੀ ਇਹ ਕਰ ਰਿਹਾ ਹੈ ਲੋਕ ਅੱਜ ਕੱਲ੍ਹ ਬੜਾ ਮੈਨਿਊਟਲੀ ਵਾਚ ਕਰਦੇ ਆ। ਇਹ ਵਿਅਕਤੀ ਦੇਖੋ ਨਾ ਵੀ ਇੱਕ ਸਿੱਧਾ ਚੈਲੰਜ ਹੈ ਸੰਵਿਧਾਨ ਨੂੰ, ਚੈਲੰਜ ਹੈ ਸਿੱਧਾ ਸਾਡੇ ਸੰਘੀ ਢਾਂਚੇ ਨੂੰ ਚੈਲੰਜ ਹੈ। ਇਹਦਾ ਮਤਲਬ ਕਿ ਫਿਰ ਸਿੱਧਾ ਆ ਜਿਹੜਾ ਇੱਕ ਪ੍ਰਦੇਸ਼ ਇਹਨੂੰ ਕੀ ਬਣਾ ਰਿਹਾ ਹੈ, ਇਹ ਕੀ ਬਣਾਉਣਾ ਚਾਹੁੰਦਾ ਇਸ ਪ੍ਰਦੇਸ਼ ਨੂੰ? ਤੁਹਾਨੂੰ ਵੀ ਇਹ ਬਹੁਮਤ ਕਰਕੇ ਹੋ ਰਿਹਾ ਵੀ ਇੱਕ 92 MLA ਸਟੇਟ ਨੇ ਦਿੱਤੇ ਨੇ, ਇਹ ਉਹਦੇ ਕਾਰਨ ਹੋ ਰਿਹਾ ਬਹੁਮਤ ਦਾ? ਬਾਕੀ ਸਾਥੀ ਆਂਦੇ ਨੇ ਨਾ ਤੇ ਇਹਨੂੰ ਇਹ ਬੜਾ ਗੁੱਸਾ ਲੱਗਦਾ। ਪਹਿਲੀ ਗੱਲ ਤਾਂ ਇਮੈਚਿਓਰ, ਇਹਨੇ ਕੋਈ ਪ੍ਰਸ਼ਾਸਨਿਕ ਕੋਈ ਵੀ ਪੋਸਟ ਥੱਲੇ ਨਿਭਾਈ ਨਹੀਂ। ਆਪਣੇ ਆਪ ਨੂੰ ਮੈਂ ਤੋਂ ਇਲਾਵਾ ਕੋਈ ਚੀਜ਼ ਨਹੀਂ। ਨਾ ਇਹ ਕਿਸੇ ਸੰਸਥਾ ਦਾ ਚੇਅਰਮੈਨ ਰਿਹਾ, ਨਾ ਕਿਸੇ ਸੰਸਥਾ ਦਾ ਹੋਰ ਕੋਈ ਇਹਦੇ ਕੋਲ ਜ਼ਿੰਮੇਵਾਰੀ ਰਹੀ ਹੈ, ਨਾ ਇਹ ਪਹਿਲਾਂ ਇਸ ਤੋਂ MLA ਰਿਹਾ। ਬਈ ਤੂੰ ਸਿੱਖਣ ਦੀ ਕੋਸ਼ਿਸ਼ ਕਰ, ਸਿੱਖਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਔਰ ਸਭ ਕੁਝ ਮੈਨੂੰ ਪਤਾ ਮੈਂ ਜਾਣਦਾ। ਫਿਰ ਇੰਨੀ ਮੈਂਬਰ ਪਾਰਲੀਮੈਂਟ ਰਹਿ ਚੁੱਕੇ, ਇੰਨੀ ਹਲਕੀ ਉੱਥੇ ਵੀ ਕੀ ਕੁਛ ਜਲੂਸ ਨਿਕਲਦਾ ਰਿਹਾ। ਨਾਲ ਦਾ ਇਹਨਾਂ ਦਾ ਸਾਥੀ ਕਹਿੰਦਾ ਸੀ ਵੀ ਸ਼ਰਾਬ ਪੀ ਕੇ ਆਉਂਦੇ ਮੇਰੀ ਸੀਟ ਬਦਲ ਦਿਓ ਜੀ। ਔਰ ਮੈਂਬਰ ਪਾਰਲੀਮੈਂਟ ਇੱਕ ਬਹੁਤ ਮਾਨ ਸਨਮਾਨ ਵਾਲੀ ਪੋਸਟ ਹੁੰਦੀ ਹੈ ਔਰ ਨਾਲ ਦਾ ਇੱਕ ਸਾਥੀ ਐਲੀਗੇਸ਼ਨ ਲਾਵੇ ਜੀ ਇਹ ਦਾਰੂ ਪੀ ਕੇ ਆ ਜਾਂਦਾ, ਮੈਨੂੰ ਬੋਹ ਆਉਂਦੀ, ਮੈਨੂੰ ਇਹਦੇ ਤੋਂ ਪਾਸੇ ਕਰੋ। ਔਰ ਤੁਸੀਂ ਦੇਖੋ ਇੱਕ ਸੂਬੇ ਦੇ ਮੁੱਖ ਮੰਤਰੀ ਦੇ ਨਾਤੇ ਮੁੱਖ ਮੰਤਰੀ ਵਾਲਾ ਵਿਵਹਾਰ ਕਰੇ, ਨਾ ਕਿ ਇੱਕ ਆਪਣੀ ਕਮੇਡੀ ਸਿਸਟਮ ਨੂੰ ਜਿਹੜਾ ਉਹਦੇ ਆਪਦੇ ਚੋਂ ਬਾਹਰ ਆਵੇ, ਕਿੱਤੇ ਚੋਂ ਬਾਹਰ ਆ ਕੇ। ਦੂਜੀ ਗੱਲ ਹਰਪਾਲ ਜੀ ਮੈਨੂੰ ਲੱਗਦਾ ਇਹਦੀ ਐਜੂਕੇਸ਼ਨ ਵੀ ਹੈ ਨਹੀਂ ਗੀ। ਐਜੂਕੇਸ਼ਨ 11-12 ਪੜ੍ਹਨ ਦੇ ਨਾਲ ਬੰਦੇ ਨੂੰ ਇਹ ਨਹੀਂ ਕਿ ਪੂਰੀ ਮੱਤ ਆ ਗਈ, ਉਹ ਇਸੇ ਕਰਕੇ ਜਿਹੜੀ ਮੱਤ ਦਾ ਲੈਵਲ ਵੀ ਹੈ ਉਹ ਵੀ ਮੈਨੂੰ ਇਹ ਨੀਵਾਂ ਹੀ ਲੱਗਦਾ। ਤੁਸੀਂ ਕਹਿ ਰਹੇ ਵੀ ਉਹ ਬੌਧਿਕ ਲੈਵਲ ਨਹੀਂ ਗਾ ਉਹਨਾਂ ਦਾ, ਚਲੋ ਇਹ ਗੱਲ ਇਹ ਤੁਹਾਡਾ ਕਹਿਣਾ ਹੈ, ਪਰ ਇਹ ਹੈ ਵੀ ਇੱਕ ਗੱਲ ਇਹਨਾਂ ਨੇ ਹੋਰ ਉੱਥੇ ਕਹੀ ਹੈ ਵੀ ਜਿਹੜੇ ਮਤਲਬ ਰਾਜਪਾਲ ਸਾਹਿਬ ਨੇ ਮੇਰਾ ਹੈਲੀਕਾਪਟਰ ਲੈ ਕੇ ਜਾਂਦੇ, ਮੇਰਾ
ਹੈਲੀਕਾਪਟਰ ਲੈ ਕੇ ਜਾਂਦੇ ਨੇ ਔਰ ਸੈਂਟਰ ਕੋਲ ਮੈਨੂੰ ਕੋਸ ਕੇ ਆ ਜਾਂਦੇ ਨੇ, ਇਹ ਬਿਆਨ ਨੂੰ ਕਿਵੇਂ ਵੇਖਦੇ ਜੀ? ਮੈਂ ਕਹਿੰਦਾ ਵੀ ਇੱਕ ਗੱਲ ਹੈ ਵੀ ਜਦੋਂ ਇਹ ਜਿਹੜਾ ਹੈਲੀਕਾਪਟਰ ਹੈ ਇਹ ਪਰਚੇਜ਼ ਕੀਤਾ ਹੋਇਆ ਸਰਕਾਰ ਨੇ, ਔਰ ਸਰਕਾਰ ਜੇ ਕਿਸ ਪੈਸੇ ਨਾਲ ਪਰਚੇਜ਼ ਕੀਤਾ, ਲੋਕਾਂ ਦੇ ਇਕੱਠੇ ਹੋਏ ਟੈਕਸ ਜਿਹੜਾ ਲੋਕਾਂ ਨੇ ਦਿੱਤਾ ਉਹਦੇ ਨਾਲ ਉਹਨਾਂ ਪਰਚੇਜ਼ ਹੋਇਆ ਹੈ, ਔਰ ਉਹਨੂੰ ਐਜ਼ ਪਰ ਰੂਲਸ ਐਂਡ ਰੈਗੂਲੇਸ਼ਨਸ ਜਿਹੜਾ ਰਾਜਪਾਲ ਵਰਤ ਰਹੇ ਨੇ, ਇਹ ਕੋਈ ਇਹਦੇ ਘਰ ਦਾ ਨਹੀਂ ਗਾ ਵੀ ਚੌਪਰ ਲੈ ਕੇ ਆ ਗਿਆ ਤੇ ਵੀ ਮੇਰਾ ਇਹਦਾ ਕਿਵੇਂ ਹੋ ਗਿਆ, ਇਹਦੇ ਬਾਪੂ ਨੇ ਖਰੀਦ ਕੇ ਦਿੱਤਾ ਸੀਗਾ ਇਹਨੂੰ। ਸੋ ਇਹ ਚੀਜ਼ ਹੈ ਕਿ ਇਹਨਾਂ ਨੂੰ ਭਾਸ਼ਾ ਮਰਿਆਦਾ ਜਿਹੜੀ ਹੈ ਨਾ ਉਹ ਨਹੀਂ ਕਰਨੀ ਚਾਹੀਦੀ। ਮੇਰਾ ਹੈਲੀਕਾਪਟਰ ਵੀ ਇਹ ਘਰੋਂ ਲੈ ਕੇ ਆਇਆ ਸੀ ਕਿ ਜਿਹੜਾ ਹੈਲੀਕਾਪਟਰ ਸਟੇਟ ਨੂੰ ਇਹਨੇ ਦਾਨ ਕਰ ਦਿੱਤਾ, ਔਰ ਜਿਹੜਾ ਅੱਗੇ ਉਹਦੇ ਤੇ ਰਾਜਪਾਲ ਜਾ ਰਿਹਾ, ਰਾਜਪਾਲ ਜਿਹੜੇ ਨੌਰਮਸ ਹੈਗੇ ਆ, ਜਿਹੜੇ ਸਾਡੇ ਸੰਵਿਧਾਨ 'ਚ ਜਿਹੜੀਆਂ ਚੀਜ਼ਾਂ ਦਿੱਤੀਆਂ ਹੋਈਆਂ ਨੇ, ਪ੍ਰੋਟੋਕੋਲ ਦਿੱਤਾ ਹੋਇਆ, ਉਹ ਪ੍ਰੋਟੋਕੋਲ ਦੇ ਤਹਿਤ ਉਸ ਦੀ ਵਰਤੋਂ ਕਰ ਰਹੇ ਆ। ਜਾਂ ਤਾਂ ਹੋਵੇ ਇਹਨੇ ਆਪਦੇ ਘਰੋਂ ਲਿਆਂਦਾ ਤਾਂ ਫਿਰ ਤਾਂ ਇਹਨੂੰ ਕਹਿਣ ਦਾ ਹੱਕ ਵੀ ਇਹ ਮੇਰਾ ਹੈਲੀਕਾਪਟਰ ਸੀਗਾ ਇਸ ਕਰਕੇ ਉਹਦੀ ਵਰਤੋਂ ਕਰ ਰਿਹਾ, ਵਰਤੋਂ ਨਹੀਂ ਕਰਨੀ ਚਾਹੀਦੀ। ਔਰ ਭਾਈ ਪਹਿਲਾਂ ਵੀ ਰਾਜਪਾਲ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਰਹੇ, ਹੈਲੀਕਾਪਟਰ ਦੀ ਵਰਤੋਂ ਕਰਦੇ ਰਹੇ, ਹੁਣ ਵੀ ਕਰਦੇ, ਅੱਗੇ ਵੀ ਕਰਦੇ ਰਹਿਣਗੇ। ਔਰ ਬਾਕੀ ਇਹ ਸੰਘੀ ਢਾਂਚੇ ਦੇ ਉੱਪਰ ਇਹ ਬਹੁਤ ਤਗੜਾ ਜਿਹੜਾ ਜਿਵੇਂ ਵਿਰੋਧੀ ਧਿਰ ਅੱਗੇ ਪਿਛਲੇ ਦਿਨਾਂ 'ਚ ਖਹਿਰਾ ਸਾਹਿਬ ਨੇ ਜਦੋਂ ਇੱਕ ਮਤਲਬ ਮੰਤਰੀ ਦੀ ਕੋਈ ਵੀਡੀਓ ਉਹ ਰਾਜਪਾਲ ਨੂੰ ਸੌਂਪੀ ਸੀ ਵੀ ਇਹਦੀ ਤਹਿਕੀਕਾਤ ਕੀਤੀ ਜਾਵੇ, ਉਦੋਂ ਬਾਅਦ ਰਾਜਪਾਲ ਦਾ ਨਾਮ ਜ਼ਿਆਦਾ ਨਹੀਂ ਚਰਚਾ ਦੇ ਵਿੱਚ ਆ ਗਿਆ। ਉਹ ਪਤਾ ਨਹੀਂ, ਇਹ ਪਤਾ ਕਿ ਸੱਚੀ ਗੱਲ ਹੈ ਨਾ ਜਿਹੜੀ ਉਹ ਨਾ ਬੜੀ ਕੌੜੀ ਲੱਗਦੀ ਹੈ। ਇਹ ਤਾਂ ਕਹਿੰਦਾ ਨਾ ਵੀ ਮੇਰੀ ਸੱਚੀਆਂ ਗੱਲਾਂ ਸਾਰੀਆਂ ਉਹ ਕੌੜੀਆਂ ਲੱਗਦੀਆਂ ਨੇ। ਹੁਣ ਤੁਸੀਂ ਦੇਖੋ, ਜੇ ਉਹਨਾਂ ਨੇ ਉਸ ਜਿਹੜਾ ਉਹ ਕਟਾਰੂ ਚੱਕ ਹੈ, ਪਤਾ ਨਹੀਂ ਉਹਨੇ ਕੀ ਕੁਛ ਕੀਤਾ ਹੋਇਆ, ਤੋ ਜੇ ਉਹਦੀ ਵੀਡੀਓ ਜਾਂ ਜਿਹੜਾ ਉਹਦੇ ਨਾਲ ਸੰਬੰਧਿਤ ਜਿਹੜੀਆਂ ਕੋਈ ਚੀਜ਼ਾਂ ਸੁਖਪਾਲ ਖਹਿਰੇ ਨੇ ਪੇਸ਼ ਕੀਤੀਆਂ ਨੇ, ਹਾਂ ਉਹ ਜਿਹੜੀਆਂ ਅਸ਼ਲੀਲ ਵੀਡੀਓ ਪੇਸ਼ ਕੀਤੀਆਂ ਨੇ, ਤੇ ਉਹ ਦੇਖੋ ਨਾ ਬਈ ਉਹਨੇ ਆਪਦੀ ਮੰਗ ਰੱਖੀ ਹੈ, ਔਰ ਰਾਜਪਾਲ ਨੂੰ ਉਹਦਾ ਇਖਤਿਆਰ ਹੈ ਵੀ ਜੇ ਇਹ ਨਹੀਂ ਕੋਈ ਕਾਰਵਾਈ ਕਰਦੇ ਤਾਂ ਉਹ ਇਸ ਚੀਜ਼ 'ਤੇ ਐਕਸ਼ਨ ਲੈ ਸਕਦੇ ਆ। ਔਰ ਉਹ ਇੱਕ ਮਿਨਿਸਟਰ ਹੈ, ਇਹ ਮਿਨਿਸਟਰ ਹੋਵੇ ਜਿਹੜਾ ਸਾਡਾ ਪਬਲਿਕ ਰਿਪਰੈਜ਼ੈਂਟੇਟਿਵ ਹੁੰਦਾ ਹੈ, ਉਹਦਾ ਇਸ ਤਰ੍ਹਾਂ ਦਾ ਵਿਵਹਾਰ ਹੋਵੇ ਤੇ ਉਹਦੇ 'ਤੇ ਫਿਰ ਐਕਸ਼ਨ ਹੋ ਸਕਦਾ। ਤਾਂ ਉਹਦਾ ਮੇਰੇ ਨਾਲੋਂ ਜ਼ਿਆਦਾ ਰਾਜਪਾਲ ਸਾਹਿਬ ਵੈਲ ਐਜੂਕੇਟਡ ਨੇ, ਉਹਨਾਂ ਨੇ ਐਜ਼ ਪਰ ਜਿਹੜੇ ਸਾਡੀਆਂ ਸੰਵਿਧਾਨਕ ਮਰਿਆਦਾਵਾਂ ਨੇ ਉਹਨਾਂ ਦੇ ਹਿਸਾਬ ਨਾਲ ਉਹ ਜੋ ਕੁਝ ਵੀ ਉਹਨਾਂ ਨੇ ਕਰਨਾ ਉਹਨਾਂ ਦਾ ਇਹ ਪ੍ਰੈਰੋਗੇਟਿਵ ਹੈ। ਤਾਂ ਮੈਂ ਤਾਂ ਇੱਕ ਗੱਲ ਕਹਿਣਾ, ਹੁਣ ਜਿੰਨੇ ਇਹਨਾਂ ਦੇ ਚੋਰ ਜਿਹੜੇ ਆਪਣੇ ਸਾਥੀ ਨੇ ਜਿਹੜੇ ਇਲੀਗਲ ਕੰਮ ਕਰ ਰਹੇ ਨੇ, ਆ ਪਿੱਛੇ ਜੇ ਭੈਣ ਜਿਹੜੀ ਸਰਬਜੀਤ ਕੌਰ ਮਾਣੋਕੇ ਆ, ਉਹਨੇ ਕੋਠੀ NRI ਦੀ ਦੱਬ ਲਈ। ਇਹ ਕਹਿੰਦੇ ਸੀ ਅਸੀਂ ਇਮਾਨਦਾਰ ਹੈ ਨਰਿੰਦਰ ਮੋਦੀ, ਜਿਹਨੇ 9 ਸਾਲ ਤੋਂ ਰਾਜ ਕਰ ਰਿਹਾ ਦੇਸ਼ ਦੇ ਵਿੱਚ, ਪਹਿਲਾਂ 13-14 ਸਾਲ ਰਾਜ ਕੀਤਾ ਐਜ਼ ਏ ਚੀਫ ਮਿਨਿਸਟਰ। ਕੋਈ ਮਾਈ ਦਾ ਲਾਲ ਇੱਕ ਨਵੇਂ ਪੈਸੇ ਦਾ ਐਲੀਗੇਸ਼ਨ ਨਹੀਂ ਲਾ ਸਕਦਾ, ਬਣਾ ਕੇ ਭਾਵੇਂ ਜੋ ਮਰਜ਼ੀ ਕਰੀ ਜਾਣ। ਔਰ ਫਿਰ ਜਿਹੜਾ ਸੂਰਜ ਉਹ ਸੂਰਜ ਹੀ ਰਹਿੰਦਾ, ਕੋਈ ਉਹਦੇ ਤੇ ਇਸ ਤਰ੍ਹਾਂ ਦਾ ਥੁੱਕ ਨਹੀਂ ਸਕਦਾ। ਪਰ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਲਈ, ਇਹ ਵੀ ਪਿਛਲੇ ਦਿਨਾਂ ਦੇ ਅੱਜ ਜੇ ਹੁਣ ਵੇਖੋ ਇਹਨਾਂ ਕੋਲ 92 MLA ਸੀ ਬਹੁਮਤ ਤੇ ਇਹਨਾਂ ਨੇ ਕਈ ਬਿੱਲਾਂ ਦੇ ਵਿੱਚ ਸੋਧ ਕਰ ਲਈ ਹੈ। ਉਹ ਆਪਾਂ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਦੀ ਵੀ ਗੱਲ ਕਰਾਂਗੇ, ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਐਕਟ ਦੇ ਵਿੱਚ ਗੁਰਬਾਣੀ ਪ੍ਰਸਾਰਨ ਦੀ ਗੱਲ ਚੱਲ ਰਹੀ ਹੈ, ਔਰ ਆ ਜਿਹੜੇ ਰਾਜਪਾਲ ਦੇ ਪਾਵਰਾਂ ਜਿਹੜੀਆਂ ਨੇ ਉਹ ਵੀ ਘਟਾਉਣ ਦੀ ਗੱਲ ਚੱਲੀ ਹੈ, ਮਤੇ ਪਾਸ ਹੋਏ ਨੇ। ਪਰ ਇਹ ਬਹੁਮਤ ਜਦੋਂ ਮੋਦੀ ਸਾਹਿਬ ਕੋਲ ਬਹੁਮਤ ਸੀ ਕਾਲੇ ਕਾਨੂੰਨਾਂ ਵਾਲਾ, ਉਦੋਂ ਵੀ ਇਹਨਾਂ ਨੇ ਗੱਲ ਕੀਤੀ ਸੀ, ਭਗਵੰਤ ਮਾਨ ਸਾਹਿਬ ਨੇ ਮੈਂਬਰ ਪਾਰਲੀਮੈਂਟ ਦੇ ਵਿੱਚ, ਵੀ ਬਹੁਮਤ ਜਿਹੜਾ ਬਹੁਮਤ ਕਰਕੇ ਕਿਸੇ ਤੋਂ ਪੁੱਛਿਆ ਨਹੀਂ ਜਾ ਰਿਹਾ, ਜਿਹੜਾ ਵੀ ਕਾਨੂੰਨ ਹੈ ਆਪਣੇ ਆਪ ਡਿਸਕਸ ਕਰਕੇ ਆਮ ਖੇਤੀ ਮਾਹਰਾਂ ਦੀ ਮਤਲਬ ਗੱਲਬਾਤ ਨਹੀਂ ਕੀਤੀ ਗਈ ਉਹਨਾਂ ਦੇ ਨਾਲ, ਵੀ ਲੋੜ ਨਹੀਂ ਸਮਝੀ, ਇਹ ਬਹੁਮਤ ਕਰਕੇ ਕਾਨੂੰਨ ਬਣੇ ਨੇ। ਤੇ ਉਦੋਂ ਤੇ ਉਹ ਬਹੁਮਤ ਕਰਕੇ ਮੋਦੀ ਸਾਹਿਬ ਨੇ ਉਹ ਨਾ ਭਗਵੰਤ ਸਿੰਘ ਮਾਨ ਦੀ ਗੱਲ ਤਾਂ ਇਹ ਆ, ਆਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਦੂਜੇ ਨੂੰ ਉਪਦੇਸ਼ ਦੇਣਾ ਬੜਾ ਸੌਖਾ ਹੈ, ਬਈ ਆਪਦੀ ਪੀੜ੍ਹੀ ਵਾਲੇ ਥੱਲੇ ਸੋਟਾ ਤਾਂ ਮਾਰ ਲਾ। ਮੋਦੀ ਜੀ ਨੂੰ ਤੁਸੀਂ ਉਸ ਵੇਲੇ ਕਿਹਾ ਸੀਗਾ ਵੀ ਦੇਖੋ ਜੀ ਇਹ ਕਾਨੂੰਨ ਬਣਾਏ, ਇਹਨਾਂ ਕੋਲ ਬਹੁਮਤ ਹੈਗਾ ਤਾਂ ਕਰਕੇ ਬਣਾ ਦਿੱਤੇ। ਭਾਈ ਹੁਣ ਤੂੰ ਕੀ ਕਰ ਰਿਹਾ, ਵੀ ਜਿਹੜੇ ਸੰਵਿਧਾਨ ਦੇ ਉਲਟ ਕੰਮ ਕਰ ਰਹੇ ਆ, ਚਾਹੇ ਉਹ ਜਿਹੜਾ ਮਾਮਲਾ ਹੈਗਾ ਆਪਣੇ ਦਾ SGPC ਦੇ ਨਾਲ ਸੰਬੰਧਿਤ ਤੁਸੀਂ ਆਖਿਆ ਫ੍ਰੀ, ਉਹ ਗੁਰਬਾਣੀ ਤਾਂ ਆਲਰੇਡੀ ਫ੍ਰੀ ਹੈ ਪਹਿਲਾਂ। ਉਹਦੇ ਵਿੱਚ ਤੁਸੀਂ ਦੇਖੋ ਕੋਈ ਬੰਦਾ DTH ਤੇ, ਕੋਈ ਬੰਦਾ ਆਪਣੇ ਟੈਲੀਵਿਜ਼ਨ ਤੇ, ਮੇਰੇ ਕੋਲ ਹੁਣ ਮੈਂ ਗੁਰਬਾਣੀ ਸੁਣਦਾ, ਮੈਂ ਤਾਂ ਕੋਈ ਪੇਮੈਂਟ ਨਹੀਂ ਕਰ ਰਿਹਾ, ਜੋ ਉਹ ਨਹੀਂ ਤਾਂ ਬਾਕੀ ਚੈਨਲ ਪੈਸੇ ਲੈਂਦੇ ਆ, ਕੋਈ ਕਿੰਨੇ ਲੈਂਦਾ ਕੋਈ ਕਿੰਨੇ ਲੈਂਦਾ, ਜਿੰਨਾ ਜਿਹੜੇ ਉਹ ਸਾਡੇ ਜਿੰਦੀ ਆਪਾਂ ਬਕਸਾ ਲਵਾਉਣੇ ਉਹ ਪੈਸੇ ਲੈਂਦੇ ਉਹ ਪਰਚੇਜ। ਇਹ ਪਰ PTC ਦੇ ਉੱਪਰ ਮੈਂ ਨਹੀਂ ਕਦੀ ਦੇਖਿਆ ਵੀ ਅਸੀਂ ਪੈਸਾ ਕਿਸੇ ਨੇ ਮੰਗਿਆ ਹੋਵੇ, ਜਾਂ ਕੋਈ ਕਿਸੇ ਵੀ ਜਾਂ ਯੂਟਿਊਬਰ ਜਾਂ ਹੋਰ ਵੀ ਕੋਈ ਪੈਸਾ ਪੇ ਕਰਦਾ ਹੋਵੇ। ਮੇਰੇ ਹਿਸਾਬ ਨਾਲ ਕੋਈ ਆਲਰੇਡੀ ਗੁਰਬਾਣੀ ਫ੍ਰੀ ਹੈ, ਪਰ ਇਹ ਚਾਹੁੰਦੇ ਆ
ਕਿਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਪੰਜਾਬ ਦਾ ਪੈਸਾ ਜਾ ਕੇ ਕੇਰਲਾ ਦੇ ਵਿੱਚ ਲਾਇਆ, ਗੁਜਰਾਤ 'ਚ ਲਾਇਆ, ਰਾਜਸਥਾਨ 'ਚ ਲਾ ਰਹੇ ਨੇ, ਹਿਮਾਚਲ 'ਚ ਲਾਇਆ। ਸਾਡੇ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਇਹ ਜ਼ਰੂਰ ਰਿਹਾ। ਤੇ ਇੱਥੇ ਵੀ ਇਹ ਚਾਹੁੰਦੇ ਆ ਵਿਦਾ ਇਸ਼ਤਿਹਾਰਬਾਜ਼ੀ। ਹੁਣ ਜਿੱਧਰ ਵੇਖੇ ਜਿਹੜੇ ਵਾਲੇ ਪਾਸੇ ਵੇਖ ਮੈਨੂੰ ਮਾਣ ਦਿਸਦਾ, ਜਿਹੜੇ ਪਾਸੇ ਵੇਖਾ ਮੈਨੂੰ ਭਗਵੰਤ ਸਿੰਘ ਮਾਨ ਹੀ ਦਿਸਦਾ। ਮੈਂ ਤਾਂ ਜਿਹੜਾ ਚੈਨਲ ਚਲਾਉਣੇ ਨਾ ਉਹਦੇ ਆ ਗਿਆ ਇਸ਼ਤਿਹਾਰ ਆ ਗਿਆ, ਫਲਾਣਾ ਆ ਗਿਆ, ਟਿੰਗੜਾ ਆ ਗਿਆ। ਪਰ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਜੋ ਸਰਕਾਰ ਨਹੀਂ ਸੀ ਬਣੀ, ਕਹਿੰਦੇ ਇਹਨਾਂ ਨੂੰ ਆਪਣਾ ਲਿਖ ਕੇ ਦੱਸਣਾ ਪੈਂਦਾ, ਸਾਡੇ ਕੰਮ ਬੋਲਣਗੇ। ਮੇਰੇ ਕੋਲ ਕੰਮ ਤਾਂ ਨਹੀਂ ਹੁਣ ਬੋਲਦੇ ਹੈ, ਹੁਣ ਤਾਂ ਉਹ ਜਿਹੜਾ ਨਾ ਕੇਵਲ ਇਸ਼ਤਿਹਾਰ ਬੋਲਦੇ ਆ। ਜਿਹੜੇ ਆ ਨਾ ਜਿਸ ਤਰ੍ਹਾਂ ਕਿ ਕਹਿੰਦਾ ਹੁੰਦਾ ਸੀਗਾ ਕਿਸੇ ਨੂੰ ਕਹਿਣਾ ਬੜਾ ਸੌਖਾ ਹੁੰਦਾ। ਹੁਣ ਉਹ ਕਹਿੰਦੇ ਐਲਾਨਵੰਤ ਹੈ, ਇਹ ਭਗਵੰਤ ਨਹੀਂ ਹੈਗਾ, ਐਲਾਨਵੰਤ ਹੈ। ਮੌਕੇ ਉਹ ਐਲਾਨ ਕਰਦੇ ਆ। ਐਲਾਨ ਇਹਨਾਂ ਨੇ ਕਿੰਨੇ ਕੀਤੇ ਸੀਗੇ? ਦੇਖੋ ਭੈਣਾਂ ਨੂੰ ਅਸੀਂ 1000 ਦਿਆਂਗੇ, ਫਲਾਣਾ ਕੰਮ ਇੰਜ ਕਰਾਂਗੇ, ਗਰੰਟੀਆਂ ਦਿੱਤੀਆਂ ਸੀ। ਅੱਜ ਦੇ ਪੇਪਰ ਦੇ ਵਿੱਚ ਇਹ ਵੀ ਆਇਆ ਜਗਬਾਣੀ ਦੇ ਵਿੱਚ, ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਪੇਂਡੂ ਵਿਕਾਸ ਫੰਡ ਜਿਹੜੇ ਸੈਂਟਰ ਨੇ ਰੋਕਤੇ ਨੇ, ਵੀ ਪਿੰਡਾਂ ਦਾ ਵਿਕਾਸ ਹੋਣਾ ਸੀ ਪਰ ਸੈਂਟਰ ਨੇ ਫੰਡ ਰੋਕਤੇ ਨੇ, ਇਸ ਗੱਲੋਂ ਪਿੰਡਾਂ ਦੇ ਵਿਕਾਸ ਰੁਕੇ ਹੋਏ। ਮੈਂ ਕਹਿੰਦਾ ਹਰਪਾਲ ਜੀ, ਪਹਿਲਾਂ ਗੱਲ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਆਯੁਸ਼ਮਾਨ ਨੇ ਉਹਦੇ ਉੱਪਰ ਜਿਹੜਾ ਕਲੈਰੀਫਾਈ ਕਰਨ ਦਾ ਕੀ ਕੁਛ ਕੀਤਾ ਇਹਨਾਂ ਨੇ। ਫੰਡ ਆਇਆ ਵੀ ਭਾਈ ਤੁਸੀਂ ਇਸ ਤਰ੍ਹਾਂ ਇਹਨਾਂ ਦੀ ਵਰਤੋਂ ਕਰਨੀ ਹੈ, ਹੈਲਥ ਡਿਪਾਰਟਮੈਂਟ ਲਈ ਫੰਡ ਆਇਆ। ਇਹਨਾਂ ਚੁੱਕ ਕੇ ਜਿਹੜੀ ਸਾਡੀ ਸਿਵਲ ਹਸਪੀਟਲ ਸੀਗਾ ਉਹਨੂੰ ਚੱਕ ਕੇ ਮਹੱਲਾ ਕਲੀਨਿਕ ਬਣਾਤਾ। ਸਾਡੀ ਸਿਵਲ ਡਿਸਪੈਂਸਰੀ ਸੀ ਉਹਨੂੰ ਚੱਕ ਕੇ ਮਹੱਲਾ ਕਲੀਨਿਕ ਬਣਾਤਾ। ਔਰ ਮਹੱਲਾ ਕਲੀਨਿਕ ਦੇ ਕੇ ਅਸੀਂ ਤਾਂ ਪ੍ਰਮੋਟ ਕਰਦੇ ਹੁੰਦੇ ਹਾਂ ਵੀ ਯਾਰ ਜੇ ਕੋਈ ਸਿਵਲ ਡਿਸਪੈਂਸਰੀ ਹੈ ਤਾਂ ਉਹਨੂੰ ਅਸੀਂ ਹਸਪੀਟਲ ਬਣਾਉਣੇ, ਹਸਪੀਟਲ ਨੂੰ ਅਪਗ੍ਰੇਡ ਕਰਦੇ ਹਾਂ। ਪਰ ਇਹ ਤਾਂ ਉੱਥੋਂ ਥੱਲੇ ਨੂੰ ਲਿਆਉਣ ਨੂੰ ਲੱਗ ਪਏ ਨੇ। ਮਗਰ ਉਹ ਵੀ ਜਿਹੜੇ ਮਹੱਲਾ ਕਲੀਨਿਕ ਜੇ ਚੱਲ ਪੈਣ ਉਹ ਵੀ ਨਹੀਂ ਕਿਤੇ ਦਿਖਾਈ ਦਿੰਦੀਆਂ। ਮਹੱਲਾ ਕਲੀਨਿਕ ਦੇ ਵਿੱਚ ਕਿਸੇ ਨੂੰ ਕੋਈ ਦਵਾਈ ਨਹੀਂ, ਕੋਈ ਉੱਥੇ ਡਾਕਟਰ ਨਹੀਂ। ਡਾਕਟਰ ਜਿਹੜੇ ਵਿਚਾਰੇ ਉਹ ਪਤਾ ਨਹੀਂ ਹੁਣ ਇਹਨਾਂ ਦੇ ਇਸ ਤਰ੍ਹਾਂ ਦੇ ਜਿਹੜੀ ਬੋਲਬਾਣੀ ਤੋਂ ਕਈ ਤਾਂ ਡਾਕਟਰ ਆਪਣਾ ਪੇਸ਼ਾ ਹੀ ਛੱਡ ਕੇ ਚਲੇ ਗਏ ਨੇ। ਉਹ ਆਂਦੇ ਵੀ ਅਸੀਂ ਕਿਉਂ ਇਹਨਾਂ ਤੋਂ ਗੱਲਾਂ ਕਰਵਾਈਏ। ਵਿਰੋਧੀ ਧਿਰ ਵੀ ਇਲਜ਼ਾਮ ਲਾ ਰਿਹਾ, ਖਹਿਰਾ ਸਾਹਿਬ ਨੇ ਇਲਜ਼ਾਮ ਲਾਇਆ ਵੀ ਪਿੱਛੇ ਤੁਸੀਂ ਜਦੋਂ ਕੈਪਟਨ ਸਾਹਿਬ ਨੇ ਸਮਾਰਟ ਸਕੂਲ ਬਣਾਏ ਸੀ ਤੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਵੀ 1 ਲੀਟਰ ਨਾਲ ਸਮਾਰਟ ਸਕੂਲ ਬਣਦੇ ਲਿਖਣ ਦੇ ਨਾਲ ਹੀ। ਉਹ ਖਹਿਰਾ ਸਾਹਿਬ ਕਹਿੰਦੇ ਵੀ ਇਹ ਹੁਣ ਵੀ 1 ਲੀਟਰ ਦੇ ਨਾਲ ਮਹੱਲਾ ਕਲੀਨਿਕ ਬਣਾਉਂਦੇ, ਕੋਈ ਨਵੀਆਂ ਬਿਲਡਿੰਗਾਂ ਥੋੜੀ ਬਣਾਈਆਂ, ਉਹ ਉੱਤੇ ਨਾ ਹੀ ਬਦਲਿਆ ਗਿਆ। ਮੈਂ ਕਹਿੰਦਾ ਇਹਨਾਂ ਨੇ ਨਾ ਉਹ ਇੱਕ ਹੁੰਦੀ ਨਾ ਪੋਚੀ ਜੀ ਉਹ ਮਾਰਦੇ ਆ, ਮਾਰ ਕੇ ਤੇ ਉਹ ਬਿਲਡਿੰਗ ਦੇ ਉੱਪਰ ਉੱਥੇ ਮਹੱਲਾ ਕਲੀਨਿਕ ਤੇ ਆਪ ਅੱਗੇ ਖੜ ਜਾਂਦਾ ਚੜੇ ਹੋ ਕੇ CM ਸਾਹਿਬ ਤੇ ਉਹ ਫੋਟੋ ਆ ਜਾਂਦੀ ਹੈ ਤੇ ਮਹੱਲਾ ਕਲੀਨਿਕ ਬਣ ਗਿਆ। ਉਹ ਜਿਹੜਾ ਪੈਸਾ ਉਹਨੂੰ ਮਿਸਯੂਟਿਲਾਈਜ਼ ਕਰ ਲਿਆ। ਹੁਣ ਕੇਂਦਰ ਸਰਕਾਰ ਇਹ ਕਹਿੰਦੀ ਹੈ ਭਾਈ ਜਿਹੜਾ ਪੈਸਾ ਲੈ ਕੇ ਜਾਂਦੇ ਹੋ ਉਹਨੂੰ ਉਹ ਜਿਸ ਮੱਧ ਵਿੱਚ ਲੈ ਕੇ ਗਏ ਹੋ, ਜਿਸ ਯੋਜਨਾ ਦੇ ਤਹਿਤ ਲੈ ਕੇ ਗਏ ਹੋ, ਜਿਸ ਮੱਧ ਦੇ ਤਹਿਤ ਉਹ ਪੈਸਾ ਗਿਆ ਹੈ, ਉਹ ਪੈਸੇ ਦੀ ਵਰਤੋਂ ਉਹਦੇ ਵਿੱਚ ਹੋਵੇ ਇਹ ਡਾਈਵਰਟ ਕਰ ਲੈਂਦੇ। ਹੁਣ ਪੈਸਾ ਇਹਨਾਂ ਨੂੰ ਆਇਆ ਸੀ ਹੈਲਥ 'ਚ ਕਿਸੇ ਹੋਰ ਕੰਮ ਲਈ। ਇਹਨਾਂ ਮਹੱਲਾ ਕਲੀਨਿਕ ਜਿਹੜਾ ਬੇਸਿਕ ਸਟਰਕਚਰ ਖੜਾ ਕਰਨ ਵਾਸਤੇ ਬੇਸਿਕ ਸਟਰਕਚਰ ਵੀ ਖੜਾ ਨਹੀਂ ਕੀਤਾ। ਬਣੀਆਂ ਹੋਈਆਂ ਬਿਲਡਿੰਗਾਂ ਨੂੰ ਲੀਪਾ ਪੋਚੀ ਮਾਰ ਕੇ ਤੇ ਉਹ ਮਹੱਲਾ ਕਲੀਨਿਕਾਂ ਬਣਾਤੀਆਂ। ਮਹੱਲਾ ਕਲੀਨਿਕ ਵੀ ਨਹੀਂ ਚੱਲੀਆਂ। ਤਾਂ ਮੇਰੇ ਕਹਿਣ ਦਾ ਭਾਵ ਹੈ ਕਿ ਇਹਨਾਂ ਨੇ ਜਿਹੜਾ ਇਹਨਾਂ ਨੇ ਇਹ ਜਿਹੜਾ ਕੰਮ ਜਿਹੜਾ ਕੀਤਾ ਹੈ ਇਹ ਉਹ ਹਿਸਾਬ ਦੇਣ। ਦੇਖੋ ਤੁਸੀਂ ਪੰਜਾਬ ਦੇ ਵੱਡੇ ਅਹੁਦਿਆਂ ਤੇ ਰਹੇ ਹੋ, ਤੁਹਾਨੂੰ ਪਾਰਟੀ ਨੇ ਮਤਲਬ ਵਫਾਦਾਰ ਸਿਪਾਹੀ ਹੋਣ ਦੇ ਨਾਂ ਤੇ ਤੁਹਾਨੂੰ ਵੱਡੇ ਅਹੁਦੇ ਦਿੱਤੇ, ਵੀ ਤੁਹਾਡੇ ਕੋਲ ਫੰਡ ਆਉਂਦੇ ਸੀ, ਤੁਸੀਂ ਉਹਨਾਂ ਦੀ ਸਹੀ ਵਰਤੋਂ ਕਰਕੇ ਦੁਬਾਰਾ ਉਹਨਾਂ ਤੋਂ ਲੈਂਦੇ ਰਹੇ। ਬਿਲਕੁਲ ਦੇਖੋ ਮੈਂ ਤਾਂ ਆਪਣਾ ਜਿਹੜਾ ਹਰੇਕ ਥਾਂ ਤੇ ਜਿੱਥੇ ਵੀ ਹੁੰਦਾ ਸੀ ਮੇਰੇ ਕੋਲ ਇਨਫੋਟੈਕ ਦਾ ਮੈਂ ਰਿਹਾ। ਇਨਫੋਟੈਕ ਦਾ ਜਦੋਂ ਮੈਂ ਚਾਰਜ ਲਿਆ ਸੀ ਉਦੋਂ ਸਿਰਫ 40 ਲੱਖ ਸੀ। ਔਰ ਮੈਂ ਆਪਣੀ ਸੁੱਧੀ ਬੁੱਧ ਦੇ ਨਾਲ, ਆਪਣੀ ਮਿਹਨਤ ਦੇ ਨਾਲ ਉਸ ਕਾਰਪੋਰੇਸ਼ਨ 'ਚ ਜਦੋਂ ਮੈਂ ਉਹ ਛੱਡੀ, ਮੈਂ 32 ਕਰੋੜ ਰੁਪਏ ਛੱਡ ਕੇ ਆਇਆ। ਅੱਜ ਵੀ ਚੱਲਦੀ ਹੈ। ਔਰ ਉਹਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ, ਸਾਡੇ ਪ੍ਰਸ਼ਾਸਨਿਕ ਖਰਚੇ 6 ਤੋਂ 9 ਕਰੋੜ ਸੀ, ਮੈਂ ਕਰਟੇਲ ਕਰਕੇ 1.25 ਕਰੋੜ ਤੇ ਲਿਆ। ਇਹ ਮਿਹਨਤ ਕਰਨ ਔਰ ਸਿੱਖਣ ਦੀ ਕੋਸ਼ਿਸ਼ ਕਰਨ, ਇਹ ਨਾ ਤਾਂ ਮਿਹਨਤ ਕਰਦੇ ਨਾ ਸਿੱਖਣ ਦੀ ਕੋਸ਼ਿਸ਼ ਕਰਦੇ ਆ। ਇੱਕ ਇਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਅਸੀਂ ਨਾ ਭਗਵੰਤ ਸਿੰਘ ਮਾਨ ਨੂੰ ਇਹ ਲੱਗਦਾ ਵੀ ਮੈਂ ਆਪਣੇ ਆਪ ਨੂੰ ਵਿਖਾਉਂਦਾ ਰਹੂੰਗਾ ਹਰ ਵੇਲੇ, ਮੇਰਾ ਚਿਹਰਾ ਅੱਗੇ ਆਈ ਜਾਏ ਲੋਕਾਂ ਨੂੰ। ਐ ਕਰਕੇ ਲੋਕ ਕੰਮ ਦੇ ਨਾਲ ਕੰਮ 'ਚ ਵਿਸ਼ਵਾਸ ਰੱਖਦੇ ਆ, ਡਿਵੈਲਪਮੈਂਟ ਕਰਨ 'ਚ ਵਿਸ਼ਵਾਸ ਰੱਖਦੇ ਆ ਲੋਕ। ਇਹ ਗੱਲ ਨਹੀਂ ਹੈਗੀ ਕਿ ਆਪਣੇ ਆਪ ਨੂੰ ਇਸ਼ਤਿਹਾਰਾਂ ਦੇ ਰਾਹੀਂ। ਹੁਣ ਜਿਹੜਾ ਗੁਰਬਾਣੀ ਦੇ ਆੜ ਦੇ ਵਿੱਚ ਇਹ ਆਪਣੇ ਆਪ ਨੂੰ ਉਹ ਇਸ ਤਰ੍ਹਾਂ ਚੈਨਲਾਂ ਦੇ ਵਿੱਚ ਘੁਸ ਕੇ ਇਹ ਚਾਹੁੰਦੇ ਆ ਵੀ ਆਪਦੀ ਇਸ਼ਤਿਹਾਰਬਾਜ਼ੀ। ਗੁਰਬਾਣੀ ਤੋਂ ਪਹਿਲਾਂ ਭਗਵੰਤ ਮਾਨ ਜੀ ਆ ਰਹੇ, ਇਹ ਨਾ ਕਹਿਣ ਚੰਨੀ ਵਾਂਗੂ ਮੈਂ ਹੁਣ ਇੱਕ ਸ਼ਬਦ ਵੀ ਸੁਣਾਵਾਂਗਾ। ਬਾਕੀ ਕੰਮਾਂ 'ਚ ਵੀ ਕਹਿੰਦਾ ਨਾ ਮੈਨੂੰ ਸਾਰੇ ਕੰਮ ਕਰਨੇ ਆਉਂਦੇ ਆ।
ਮੈਂ ਤਾਂ ਜਿਹੜਾ ਹੈਗਾ ਇਹ ਵੀ ਕੰਮ ਕਰ ਲੈਣਾ ਉਹ ਵੀ ਕੰਮ ਕਰ ਲੈ, ਤੇ ਕੱਲ ਨੂੰ ਇਹ ਨਾ ਕਵੇ ਮੈਂ ਇੱਕ ਸ਼ਬਦ ਵੀ ਲਾਉਣਾ ਤੇ ਯੋਗਾ ਆਪਾਂ ਵੇਖਦੇ ਹਾਂ ਵੀ ਯੋਗਾ ਦਿਵਸ ਵੈਸੇ ਤੇ ਚਲੋ ਅੱਜ ਸਿੱਖ ਜਥੇਬੰਦੀਆਂ ਨੇ ਗੱਤਕਾ ਦਿਵਸ ਵਜੋਂ ਮਨਾਇਆ, ਪਰ ਮੋਦੀ ਸਾਹਿਬ ਨੇ ਉਦੋਂ ਯੋਗਾ ਜਦੋਂ ਉਹ ਯੋਗਾ ਕਰਦੇ ਸੀ ਤੇ ਇਹਨਾਂ ਵੱਲੋਂ ਮਤਲਬ ਮਜ਼ਾਕੀ ਲਹਿਜੇ ਵਿੱਚ ਬੜਾ ਕੁਝ ਕਿਹਾ ਜਾਂਦਾ ਸੀ, ਪਰ ਅੱਜ ਇਹ ਵੀ ਯੋਗਾ ਕਰ ਰਹੇ ਨੇ। ਜਿਵੇਂ ਤੁਸੀਂ ਉਹ ਆਪਣਾ ਮੁੱਖ ਮੰਤਰੀ ਚੰਨੀ ਜੀ ਦੀ ਗੱਲ ਕੀਤੀ ਹੈ, ਪਿਛਲੇ ਦਿਨਾਂ ਦੇ ਅੰਦਰ ਜਦੋਂ ਖੇਡਾਂ ਵਤਨ ਦੀਆਂ ਉੱਥੇ ਇਹਨਾਂ ਨੇ ਵਾਲੀਬਾਲ ਵੀ ਖੇਡਿਆ ਸੀਐਮ ਸਾਹਿਬ ਨੇ, ਤੇ ਹੁਣ ਯੋਗਾ ਦਿਵਸ ਅੱਜ ਮਤਲਬ ਇਹ ਮਨਾ ਰਹੇ ਨੇ, ਇਹਨੂੰ ਕਿਵੇਂ ਵੇਖਦੇ ਜੀ? ਨਹੀਂ, ਮੋਦੀ ਜੀ ਨੇ ਇਹ ਜਿਹੜਾ ਦੇਖੋ ਸਾਡੀ ਸੰਸਕ੍ਰਿਤੀ ਨੂੰ ਬਚਾਉਣ ਦਾ ਕੰਮ ਕੀਤਾ ਹੈ, ਪਰਿਆਵਰਨ ਨੂੰ ਬਚਾਉਣ ਦਾ ਕੰਮ ਕੀਤਾ ਹੈ। ਦੇਖੋ ਜਿਹੜੀ ਸੰਸਕ੍ਰਿਤੀ ਹੈ ਸਾਡਾ ਯੋਗ ਪੁਰਾਤਨ ਜਿਹੜਾ ਯੋਗ ਜਿਹੜਾ ਚੱਲਿਆ ਆ ਰਿਹਾ, ਸਰੀਰਕ ਰਿਸ਼ਟ ਪੁਸ਼ਟ ਵੀ ਰਹਿਣਾ ਚਾਹੀਦਾ, ਔਰ ਸਰੀਰ ਠੀਕ ਰਹੇਗਾ ਤਾਂ ਹੀ ਸਾਡਾ ਸਾਰਾ ਕੁਝ ਹੈ। ਔਰ ਉਹਦੇ ਵਾਸਤੇ ਯੋਗ ਇੱਕ ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਮਤਾ ਰੱਖਿਆ, ਔਰ ਉਸ ਮਤੇ ਨੂੰ 177 ਦੇਸ਼ਾਂ ਨੇ ਪਾਸ ਕੀਤਾ। ਤਾਂ ਇਹ ਇੱਕ ਬਹੁਤ ਵੱਡੀ ਸਾਡੇ ਸਤਿਕਾਰਯੋਗ ਨਰਿੰਦਰ ਮੋਦੀ ਜੀ ਹੋਰਾਂ ਦੀ ਪ੍ਰਾਪਤੀ ਹੈ ਕਿ ਉਹਨਾਂ ਨੇ ਇਸ ਚੀਜ਼ ਨੂੰ ਪੂਰੇ ਵਰਲਡ ਦੇ ਮੈਪ 'ਤੇ ਲੈ ਆਂਦਾ। ਅੱਜ ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਯੋਗਾ ਕੀਤਾ ਹੈ, ਔਰ ਲੈਡ ਬਾਏ ਆਨਰੇਬਲ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ। ਪਰ ਪੰਜਾਬ ਦੀ ਇੱਕ ਖੇਡ ਹੈ, ਚਲੋ ਯੋਗਾ ਵੇਖੋ ਮੈਂ ਇਹਦਾ ਖੰਡਨ ਨਹੀਂ ਕਰਦਾ ਵੀ ਇੱਕ ਤੰਦਰੁਸਤੀ ਵਾਸਤੇ ਇੱਕ ਐਕਸਰਸਾਈਜ਼ ਹੈ, ਪਰ ਜੇ ਧਰਮ ਨਾਲ ਜੋੜਿਆ ਜਾਵੇ ਤਾਂ ਵੱਖਰੀ ਗੱਲ ਹੈ। ਪਰ ਗੱਤਕਾ ਜਿਹੜਾ ਹੈ ਵੀ ਸਾਡੀ ਆਪਣੀ ਖੇਡ ਸੀ, ਆਪਣੀ ਪੰਜਾਬ ਦੀ ਖੇਡ ਸੀ। ਅੱਜ ਵੀ ਗੁਰੂ ਸਾਹਿਬ ਨੇ ਸਾਨੂੰ ਨੇਜਾਬਾਜੀ, ਘੋੜ ਸਵਾਰੀ, ਇਹ ਚੀਜ਼ਾਂ ਗੱਤਕੇਬਾਜੀ, ਸੈਲਫ ਡਿਫੈਂਸ ਵਾਸਤੇ ਚੀਜ਼ਾਂ ਕਹੀਆਂ ਸੀ। ਅੱਜ ਇਹ ਚੀਜ਼ਾਂ ਲੋਪ ਹੋ ਰਹੀਆਂ ਨੇ, ਕਿਤੇ ਤੁਸੀਂ ਆਵਾਜ਼ ਮੋਦੀ ਸਾਹਿਬ ਤੱਕ ਇਹ ਵੀ ਰੱਖੋਗੇ ਵੀ ਇਹ ਚੀਜ਼ਾਂ ਪੰਜਾਬ ਦੀਆਂ ਨੇ, ਇਹਨੂੰ ਵੀ ਪ੍ਰਮੋਟ ਕੀਤਾ ਜਾਏ? ਬਿਲਕੁਲ ਮੋਦੀ ਜੀ ਦੇਖੋ ਨਾ, ਮੋਦੀ ਜਰਾਂ ਨੂੰ ਹੁਣ ਉਹਨਾਂ ਨੇ ਜਿੰਨਾ ਸਾਡੇ ਸਿੱਖ ਸਮਾਜ ਦਾ ਜਿਹੜੇ ਗੱਲਾਂ ਨੂੰ ਕੰਮਾਂ ਨੂੰ ਕੀਤਾ ਹੈ, ਮੈਂ ਕਹਿੰਦਾ ਵੀ ਉਸ ਬੰਦੇ ਦੀ ਸ਼ਰਧਾ ਹੈ। ਸਿੱਖ ਜਿਹੜਾ ਸਿੱਖਾਂ ਦੇ ਹਿੱਤ ਵਿੱਚ ਉਹਨਾਂ ਦੇ ਹਰ ਵੇਲੇ ਦੇਖੋ ਮੱਥਾ ਕਿੰਨੇ ਮੌਕੇ ਸਲੀਕੇ ਨਾਲ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਫਿਰ ਕੋਰੀਡੋਰ, ਇਹ ਕਿੰਨੇ ਚਿਰ ਦੀਆਂ ਗੱਲਾਂ ਕਰਦੇ ਪਏ ਸੀ ਕਾਂਗਰਸ ਵਾਲੇ, ਉਹਨਾਂ ਨੇ ਕੋਰੀਡੋਰ ਵੀ ਦਿੱਤਾ ਸਾਨੂੰ, ਜਿਹੜਾ ਕਰਤਾਰਪੁਰ ਸਾਹਿਬ ਆਪਾਂ ਇੱਕ ਕਹਿੰਦੇ ਪਿਛਲੇ ਸਾਹਿਬ ਕਹਿੰਦੇ ਨੇ ਤੇ ਉਹ ਬੀਬਾ ਹਰਸਿਮਰਤ ਕਹਿੰਦੇ ਵੀ ਅਸੀਂ ਉਹ ਕ੍ਰੈਡਿਟ ਉਹ ਦੇਖੋ ਨਾ, ਕ੍ਰੈਡਿਟ ਭਾਵੇਂ ਕੋਈ ਲਈ ਜਾਵੇ, ਲੇਕਿਨ ਇਹ ਆ ਵੀ ਇਹ ਜਨਤਾ ਸਭ ਕੁਝ ਜਾਣਤੀ ਹੈ, ਪਤਾ ਵੀ ਕਿੰਨੇ ਬਣਾਇਆ, ਕੌਣ ਬਣਾ ਸਕਦਾ ਹੈ। ਮਤਲਬ ਕਿ ਉਹ ਟਪੂਸੀਆਂ ਮਾਰਨ ਦੇ ਨਾਲ ਨਹੀਂ ਨਾ, ਜਿਵੇਂ ਇੱਕ ਸਾਡਾ ਸਾਥੀ ਹੈਗਾ, ਪੁਰਾਣਾ ਸਾਥੀ ਸਾਡਾ ਰਿਹਾ ਹੈ, ਉਹ ਟਪੂਸੀਆਂ ਮਾਰ ਕੇ ਇਰਾਦਾ ਹੁੰਦਾ ਵੀ ਸ਼ਾਇਦ ਮੈਂ ਆਪਣੇ ਹਿੱਸੇ 'ਚ ਲੈ ਆਵਾਂਗਾ। ਇਹ ਇਸ ਤਰ੍ਹਾਂ ਜਨਤਾ ਨਹੀਂ ਦਿੰਦੀ, ਜਨਤਾ ਨੂੰ ਪਤਾ ਹੈ। ਮੋਦੀ ਸਾਹਿਬ ਬਹੁਤ ਸਲੀਕੇ ਨਾਲ ਮੱਥਾ ਟੇਕਦੇ ਨੇ, ਪਰ ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਵੀ ਉਹ ਗੁਰਦੁਆਰਿਆਂ 'ਚ ਇੰਟਰਫੇਅਰ ਕਰ ਰਹੇ ਨੇ, ਵੀ ਅੱਜ ਤਖਤਾਂ ਦੇ ਜਥੇਦਾਰ ਜਾਂ ਦੂਜੇ ਤੀਜੇ ਉਹ ਨਾਗਪੁਰ ਤੋਂ ਉਹਨਾਂ ਦੇ ਇਸ਼ਾਰਿਆਂ ਨਾਲ ਸਾਰਾ ਕੁਝ ਹੋ ਰਿਹਾ ਹੈ, ਤੁਹਾਡੇ ਤਖਤਾਂ 'ਤੇ ਉਹਨਾਂ ਦੀ ਇੰਟਰਫੇਅਰੈਂਸ ਹੈ। ਇਹ ਗੱਲ ਨਾਲ ਤੁਸੀਂ ਸਹਿਮਤ ਹੋ? ਹੈ ਆ ਗੁਰਦੁਆਰੇ 'ਚ? ਬਿਲਕੁਲ ਨਹੀਂ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ। ਇਹ ਭੰਡੀ ਪ੍ਰਚਾਰ ਹੈ। ਮੋਦੀ ਜੀ ਹਰਾਂ ਨੇ ਇਸ ਗੱਲ 'ਚ ਕਿਤੇ ਵੀ ਉਹਨਾਂ ਨੇ ਇੰਟਰਫੇਅਰ ਨਹੀਂ ਕੀਤਾ ਹੈਗਾ। ਇਹ ਸਾਰੀਆਂ ਪਲੈਨਡ ਗੱਲਾਂ, ਜਿਵੇਂ ਪਹਿਲਾਂ ਕਾਂਗਰਸ ਕੋਲ ਇਹ ਹੁੰਦਾ ਸੀਗਾ, ਉਹਨਾਂ ਨੇ ਕਹਿਣਾ ਕਰਨਾ ਜੀ ਦੇਖੋ ਜੀ ਇਹ ਸੰਘ ਵਾਲੇ ਜਿਹੜੇ RSS ਵਾਲੇ ਨੇ ਨਾ, ਉਹਨਾਂ ਨੂੰ ਪਤਾ ਸੀਗਾ ਵੀ ਇਹ ਆਰਗੇਨਾਈਜ਼ਡ ਇੱਕ ਜਿਹੜਾ ਆਪਣੀ ਹੈਗੀ ਹੈ ਇੱਕ ਸਭਾ ਹੈ, ਤੇ ਇਹਨੇ ਸਾਡੇ ਤੋਂ ਜਦੋਂ ਵੀ ਰਾਜ ਭਾਗ ਹੋਇਆ ਇਹਨਾਂ ਨੇ ਖੋਣਾ ਉਹਨੂੰ। ਇਸ ਕਰਕੇ ਉਹਨਾਂ ਨੇ ਹਮੇਸ਼ਾ ਭੰਡੀ ਪ੍ਰਚਾਰ ਹੀ ਰੱਖਿਆ ਪੇਪਰਾਂ ਦੇ ਵਿੱਚ, ਜਿੱਥੇ ਮੀਡੀਆ 'ਚ ਉਹਨਾਂ ਦਾ ਕੰਟਰੋਲ ਸੀਗਾ, ਉਹਨਾਂ ਨੇ ਭੰਡੀ ਪ੍ਰਚਾਰ ਰੱਖਿਆ। ਔਰ ਉਸ ਤਰ੍ਹਾਂ ਕਰਦੇ ਹੁਣ ਵੀ ਭੰਡੀ ਪ੍ਰਚਾਰ ਕਰਦੇ ਵੀ ਮੋਦੀ ਜੀ ਨੂੰ। ਮੈਨੂੰ ਇੱਕ ਵੀ ਕਿਤੇ ਦਿਖਾ ਦਿਓ ਵੀ ਜਿੱਥੇ ਨਰਿੰਦਰ ਮੋਦੀ ਜੀ ਜਾਂ ਉਹਨਾਂ ਦੇ ਕਿਸੇ ਸਾਥੀਆਂ ਨੇ ਇੰਟਰਫੇਅਰ ਕੀਤਾ ਹੋਵੇ। ਔਰ ਪਾਰਲੀਮੈਂਟ ਤੁਸੀਂ ਕਹਿੰਦੇ ਇੰਟਰਫੇਅਰੈਂਸ ਨਹੀਂ ਕੀਤਾ, ਫਿਰ ਇਲੈਕਸ਼ਨ ਕਿਉਂ ਨਹੀਂ ਹੋ ਰਹੇ? ਵੀ ਉੱਥੇ ਉਹ ਤੇ ਸੈਂਟਰ ਨੇ ਕਰਵਾਉਣੇ ਇਲੈਕਸ਼ਨ, ਵੀ ਇਹ ਕਿਉਂ ਨਹੀਂ ਹੋ ਰਹੇ? ਇਹ ਤੇ ਮੋਦੀ ਬੜਾ ਲੰਮਾ ਸਮਾਂ ਇਹ ਸੁਪਰੀਮ ਕੋਰਟ ਦੇ ਵਿੱਚ ਇਸ਼ੂ ਰਿਹਾ ਹੈ। ਇਹਨਾਂ ਦੇ ਆਪਣੇ ਲੋਕਾਂ ਨੇ ਉੱਥੇ ਸੁਪਰੀਮ ਕੋਰਟ 'ਚ ਉਹਨੂੰ ਦਾਇਰ ਕੀਤਾ ਸੀਗਾ। ਤਾਂ ਮੇਰੇ ਖਿਆਲ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਲੈਕਸ਼ਨ ਹੋ ਜਾਏਗੀ। ਔਰ ਜਿਹੜਾ ਸਾਡਾ ਇਹਦੇ ਵਿੱਚ ਹੈ ਗੱਲ ਉੱਠੀ ਹੈ ਇਲੈਕਸ਼ਨਾਂ ਦੀ, ਬੜੇ ਵੱਡੇ ਪੱਧਰ 'ਤੇ ਉੱਠੀ ਹੈ ਵੀ ਹੋ ਵੀ ਜਾਣਗੇ, ਤੁਸੀਂ ਕਹਿ ਦਿੱਤਾ। ਇਹਦੇ 'ਚ ਤੁਹਾਡੀ ਭਾਜਪਾ ਦੀ ਵੀ ਇੰਟਰਫੇਰੈਂਸ ਹੋਏਗੀ, ਤੁਸੀਂ ਵੀ ਇਲੈਕਸ਼ਨ ਲੜੋਗੇ? ਭਾਜਪਾ ਦੇ ਇੱਕ ਰਾਸ਼ਟਰੀ ਸਿੱਖ ਸੰਗਤ ਬਣੀ ਹੈ, ਤੁਹਾਡਾ ਵੀ ਕੋਈ ਹੈ ਦਖਲਅੰਦਾਜ਼ੀ ਵਿੱਚ? ਦੇਖੋ ਪਹਿਲੀ ਗੱਲ ਤਾਂ ਤੁਹਾਡੀ ਮੈਂ ਗੱਲ ਨੂੰ ਕਰੈਕਟ ਕਰ ਦਿਆਂ। ਰਾਸ਼ਟਰੀ ਸਿੱਖ ਸੰਗਤ ਨੂੰ ਸਾਡੇ ਜਿਹੜੇ ਸਤਿਕਾਰਯੋਗ ਮੋਹਨ ਭਾਗਵਤ ਜੀ ਨੇ, ਉਹਨਾਂ ਨੇ ਉਹਨੂੰ ਬਿਲਕੁਲ ਵਰਕਿੰਗ 'ਚ ਨਹੀਂ ਬੰਦ ਕਰ ਦਿੱਤਾ। ਰਾਸ਼ਟਰੀ ਸਿੱਖ ਸੰਗਤ ਇਸ ਵੇਲੇ ਵਰਕਿੰਗ 'ਚ ਨਹੀਂ ਹੈ। ਤਾਂ ਦੂਜੀ ਗੱਲ ਹੈ ਜਿਹੜਾ ਇਹ ਸਿੱਖ ਕੌਮ ਦੇ ਜਿਹੜਾ ਉਹਨਾਂ ਦਾ ਧਾਰਮਿਕ ਮਾਮਲੇ ਨੇ, ਬਿਲਕੁਲ ਭਾਰਤੀ ਜਨਤਾ ਪਾਰਟੀ ਉਹਦੇ ਵਿੱਚ ਇੰਟਰਫੇਅਰ ਨਹੀਂ ਕਰੇਗੀ। ਨਾ ਇਲੈਕਸ਼ਨ ਨਹੀਂ ਲੜੇ ਜਾਣ, ਅਸੀਂ ਇਲੈਕਸ਼ਨ ਕਾਹਦੇ ਲਈ ਲੜਨਾ? ਉਹ ਆਪਦਾ ਲੜਨ ਬਣਾਉਣ। ਪਰ ਇੰਨਾ ਹੈਗਾ, ਅਸੀਂ ਇੱਕੋ ਬੇਨਤੀ ਇਹ ਕਰਦੇ ਹਾਂ ਵੀ ਬੀਇੰਗ ਸਿੱਖ
ਮੈਂ ਇੱਕ ਗੱਲ ਇਹ ਆ ਨਾ ਕਿ ਜਿਹੜਾ ਸਾਡਾ ਇੰਨਾ ਕਲੈਕਸ਼ਨ ਆਉਂਦੀ ਹੈ, ਦੇਖੋ ਸਾਡੇ ਬੱਚਿਆਂ ਨੂੰ ਫ੍ਰੀ ਦਵਾਈ, ਪੜ੍ਹਾਈ ਔਰ ਜਿਹੜਾ ਉਹਨਾਂ ਦੇ ਅੱਗੇ ਉਹਨਾਂ ਦੇ ਫਿਊਚਰ ਨੂੰ ਬਣਾਉਣ ਵਾਸਤੇ ਚੰਗੇ ਵਧੀਆ ਮੈਂ ਨਾ ਹੁਣ ਲੰਗਰ ਅਸੀਂ ਬਹੁਤ ਲਾਏ, ਲੰਗਰ ਮੈਂ ਕਿ ਲਾਉਣਾ ਬਹੁਤ ਅੱਛੀ ਗੱਲ ਹੈ, ਪਰ ਹੁਣ ਲੰਗਰ ਲਾਈਏ ਫ੍ਰੀ ਪੜ੍ਹਾਈ ਦੇ, ਹੁਣ ਲੰਗਰ ਲਾਈਏ ਦਵਾਈ ਜੜੀ ਬੂਟੀ ਦੇ, ਹਾਂ ਜੜੀ ਬੂਟੀ ਦਾ ਅਸੀਂ ਹੁਣ ਲੰਗਰ ਲਾਈਏ ਫ੍ਰੀ ਕੋਚਿੰਗ ਦੇ, ਮਤਲਬ ਕਿ ਉਹ ਲੰਗਰ ਲਾਉਣੇ ਸ਼ੁਰੂ ਕਰੀਏ। ਪੁਰਾਣੇ ਠੀਕ ਹੈ, ਗੁਰੂ ਸਾਹਿਬ ਨੇ ਸਾਨੂੰ ਕਿਹਾ, ਉਸ ਵੇਲੇ ਲੋਕਾਂ ਕੋਲੇ ਅਨਾਜ ਦੀ ਕਮੀ ਹੁੰਦੀ ਸੀ ਔਰ ਮੋਟਾ ਅਨਾਜ ਉਹਨਾਂ ਦਿਨਾਂ 'ਚ ਚੱਲਦਾ ਸੀਗਾ, ਕੋਦਰੇ ਦੀ ਰੋਟੀ ਚੱਲਦੀ ਸੀਗੀ, ਤੋ ਹੁਣ ਸਫੀਸ਼ੀਐਂਟ ਹਰੇਕ ਬੰਦੇ ਕੋਲ ਖਾਣ ਪੀਣ ਲਈ ਹੈ। ਉਸ ਦੇ ਬਾਵਜੂਦ ਵੀ ਮੋਦੀ ਜੀ ਨੇ ਆ ਪਿਛਲੇ ਲੋਕਡਾਊਨ ਦੇ ਵਿੱਚ ਉਦੋਂ ਤੋਂ ਲੈ ਕੇ 80 ਕਰੋੜ ਜਿਹੜੇ ਗਰੀਬ ਗੁਰਬੇ ਨੂੰ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਅੱਜ ਵੀ ਦਿੱਤਾ ਜਾ ਰਿਹਾ। ਤੋ ਮੇਰੇ ਕਹਿਣ ਦਾ ਭਾਵ ਹੈ ਕਿ ਇਸ ਵੇਲੇ ਲੰਗਰ ਪ੍ਰਸ਼ਾਦੇ ਦੇ ਨਾਲੋਂ ਬਿਹਤਰ ਹੈ ਕਿ ਅਸੀਂ ਬੱਚਿਆਂ ਲਈ ਇੱਕ ਆ ਦੇਖੋ ਗੁਰੂ ਰਾਮਦਾਸ ਜਿਹੜਾ ਆਪਣਾ ਮੈਡੀਕਲ ਕਾਲਜ ਹੈ, ਉਹਦੇ ਵਿੱਚ ਸਾਡੇ ਬੱਚੇ MBBS ਦਾ ਦਾਖਲਾ ਉਹਨਾਂ ਨੂੰ ਦਿੱਤਾ ਜਾਵੇ ਬਿਨਾਂ ਕਿਸੇ ਆ ਜਿਹੜੇ ਲੈਂਦੇ ਆ ਕੀ ਉਹਨੂੰ ਕਹਿੰਦੇ ਇੱਕ ਜਿਹੜਾ ਮੈਨੂੰ ਹਾਂ ਸਕਾਲਰਸ਼ਿਪ ਜਾਂ ਜਿਹੜਾ ਕੋਈ ਪੈਸੇ ਜੀ ਪੇਡ ਸੀਟਾਂ ਉਹ ਨਾ ਦਿੱਤੀਆਂ ਜਾਣ, ਫ੍ਰੀ ਦਿੱਤੀਆਂ ਜਾਣ। ਦੂਜਾ ਜਿਹੜੇ ਸਾਡੇ ਉੱਥੇ ਫ੍ਰੀ ਗਰੀਬ ਵਿਚਾਰਾ ਇਲਾਜ ਕਰਾਉਣ ਜਾਂਦਾ ਉਹਦੇ ਵਿਚਾਰੇ ਤੋਂ ਪੈਸਾ ਨਾ ਲਿਆ ਜਾਵੇ। ਜੇ ਹੁਣ ਮੋਦੀ ਜੀ ਨੇ ਆ ਜਿਹੜੀਆਂ 9304 ਜਨ ਔਸ਼ਧੀਆਂ ਦੇ ਕੇਂਦਰ ਬਣਾਏ ਆ, ਉਹਦੇ ਵਿੱਚ ਲਗਭਗ 23,000 ਕਰੋੜ ਦਾ ਲੋਕਾਂ ਦਾ ਫਾਇਦਾ ਹੋਇਆ। ਕਈ ਲੋਕਾਂ ਨੇ ਸਿੱਧੀ ਜਨ ਔਸ਼ਧੀ ਦੇ ਤਹਿਤ ਖਰੀਦੀਆਂ ਨੇ, ਸਾਡੀਆਂ ਭੈਣਾਂ ਦੀ ਕਲੀਨਿਕ ਵਾਲਾ ਹਾਲਤ ਨਹੀਂ ਉੱਥੇ ਵੀ, ਨਹੀਂ ਬਿਲਕੁਲ ਨਹੀਂ। ਔਰ ਤੁਸੀਂ ਦੇਖੋ ਨਾ ਇਹ ਕਈਆਂ ਨੇ ਜਿਹੜੀਆਂ ਫਾਰਮੇਸੀਆਂ ਨੇ ਉਹਨਾਂ ਤੋਂ ਵੀ ਸਿੱਧੀ ਲਗਭਗ 1 ਕਰੋੜ ਬੰਦਾ ਅਲੱਗ-ਅਲੱਗ ਫਾਰਮੇਸੀਆਂ ਤੋਂ ਜਿਹੜੀਆਂ ਏਜੰਸੀਆਂ ਲੈ ਰਹੀਆਂ ਨੇ, ਤਾਂ ਉਹਨਾਂ ਦੇ ਵਿੱਚ ਜਿਹੜਾ ਲੋਕਾਂ ਦੇ ਭਲੇ ਵਾਸਤੇ ਗਰੀਬ ਗੁਰਬੇ ਵਾਸਤੇ ਉਹਨਾਂ ਨੇ ਆ ਜਿਹੜਾ DBT ਦੇ ਰਾਹੀਂ ਪੈਸਾ 20 ਕਰੋੜ ਮਹਿਲਾਵਾਂ ਦੇ ਖਾਤੇ ਵਿੱਚ ਪੈਸੇ ਭੇਜੇ। ਜਦੋਂ ਮੈਨੂੰ ਤਾਂ ਪਤਾ ਕਿ ਸਾਡੇ ਗੁਆਂਢੀਆਂ ਨੇ ਜਿਹੜਾ ਉਹ ਕਰਾਇਆ ਸੀ ਆਪਣਾ, ਅਤੇ ਉਹ ਲੋਕਡਾਊਨ 'ਚ ਇਹਨਾਂ ਦਾ ਬੰਦਾ ਆਇਆ ਤਾਂ ਕੁਦਰਤੀ ਉਹ ਕਿਤੇ ਬਾਹਰ ਗਏ ਸੀਗੇ, ਅਤੇ ਮੈਂ ਉਹਨੂੰ ਕਿਹਾ ਵੀ ਕਿਵੇਂ, ਕਹਿੰਦਾ ਜੀ ਮੇਰੇ ਕੋਲ ਕੋਈ ਵੀ ਨਹੀਂ ਖਾਣ ਲਈ ਚੀਜ਼ ਨਹੀਂ, ਅਤੇ ਮੇਰੇ ਬੱਚੇ ਅਤੇ ਲੋਕਡਾਊਨ ਲੱਗਾ ਹੋਇਆ। ਮੈਂ ਕਿਹਾ ਬੇਟਾ ਕਿੰਨੇ ਪੈਸੇ ਚਾਹੀਦੇ, ਕਹਿੰਦੇ 500 ਮਿਲ ਜਾਵੇ ਮੈਨੂੰ, ਅੱਜ 5 ਲੱਖ ਵਰਗਾ। ਮੈਂ 500 ਰੁਪਈਆ ਦਿੱਤਾ, ਮੈਂ ਕਿਹਾ ਜਾ। ਤਾਂ ਮੇਰੇ ਕਹਿਣ ਦਾ ਭਾਵ ਉਹਨਾਂ ਦਿਨਾਂ 'ਚ ਮਹਿਲਾਵਾਂ ਨੂੰ ਪੈਸੇ ਭੇਜਣੇ, ਕਿਉਂਕਿ ਉਹ ਗ੍ਰਹਿਣੀਆਂ ਨੇ, ਉਹਨਾਂ ਘਰ ਦਾ ਰੋਟੀ ਪਾਣੀ ਬਣਾਉਣੀ। ਤਾਂ ਮੇਰੇ ਕਹਿਣ ਦਾ ਭਾਵ ਹੈ ਕਿ ਮੋਦੀ ਜੀ ਨੇ, ਨਹੀਂ ਤਾਂ ਇਹ ਸਾਡੇ ਇੱਕ ਸਾਬਕਾ ਪ੍ਰਾਈਮ ਮਿਨਿਸਟਰ ਵੀ ਵੇਖੋ ਰਾਏ ਸਾਹਿਬ, ਮੈਂ ਵੇਖ ਰਿਹਾ ਵੀ ਜਿਹੜੀ ਪਾਰਟੀ ਨਾਲ ਜੁੜਿਆ ਹੈ ਉਹ ਉਹਦੇ ਗੁਣ ਗਾਈ ਜਾਂਦਾ। ਤੁਸੀਂ ਹੁਣ ਮੋਦੀ ਸਾਹਿਬ ਦੇ ਕਹਿ ਰਹੇ ਹੋ, ਜਿਹੜੇ ਹੁਣ ਆਮ ਆਦਮੀ ਪਾਰਟੀ ਦੇ, ਕਾਂਗਰਸ ਕਹਿੰਦੀ ਵੀ ਜਿੰਨਾ ਕਾਂਗਰਸ ਨੇ ਗਲੀਆਂ ਨਾਲੀਆਂ ਬਣਾਤੀਆਂ, ਅਕਾਲੀ ਦਲ ਕਹਿੰਦੇ ਵੀ ਅਜੇ ਤਾਈਂ ਮੁੱਖ ਮੰਤਰੀ ਉਹ ਸੁਖਬੀਰ ਸਾਹਿਬ ਕਹਿੰਦੇ 2 ਹੋਏ ਨੇ, ਵੀ ਜਿੰਨਾ ਵਿਕਾਸ ਅਸੀਂ ਕਰਤਾ ਹੈ, ਵੀ ਇਹ ਗੱਲ ਸਾਰੇ ਕਹਿ ਰਹੇ ਨੇ। ਮੈਂ ਇਸ ਗੱਲ ਦਾ ਜਵਾਬ ਵੀ ਦਿੰਦਾ। ਦੇਖੋ ਪਹਿਲਾਂ ਜਿਹੜਾ ਕਿ ਨਾ ਆਪਣੇ ਮੈਂ ਪਿਛਲੇ ਦਿਨ ਹੀ ਸਟੱਡੀ ਕਰ ਰਿਹਾ ਸੀਗਾ, ਅਤੇ 1947 ਦੇ ਵਿੱਚ ਜਦੋਂ ਉਸ ਵੇਲੇ ਜੇ ਬਾਹਰਲਾ ਬੰਦਾ $1 ਕਮਾਈ ਕਰਦਾ ਸੀ ਤਾਂ ਸਾਡਾ ਵਿਅਕਤੀ ਇੱਕ 18 ਸੈਂਟ ਕਮਾਈ ਕਰਦਾ ਸੀ ਐਟ ਦੀ ਟਾਈਮ ਆਫ 1947। ਔਰ ਉਸ ਤੋਂ ਬਾਅਦ ਕੀ ਹੋਇਆ, ਇਹ ਜਵਾਹਰ ਲਾਲ ਨਹਿਰੂ ਜੀ ਆ ਗਏ ਜੀ, ਇਹ ਫਲਾਣਾ ਇੰਦਰਾ ਗਾਂਧੀ ਜੀ ਆ ਗਏ ਜੀ, ਇਹ ਰਾਜੀਵ ਗਾਂਧੀ ਆ ਗਏ, ਮਨਮੋਹਨ ਸਿੰਘ 90 ਦੇ ਦਹਾਕੇ ਤੱਕ ਆਏ, ਔਰ ਨਰਸਿਮਹਾ ਰਾਓ ਆਏ। ਔਰ ਉੱਥੇ ਹੋਇਆ ਕਿ ਉਹ ਹੌਲੀ ਹੌਲੀ ਕਮਾਈ ਸਾਡੀ ਘਟਦੀ, ਉਹਨਾਂ ਦੀ ਵੱਧੇਗੀ, ਸਾਡੀ 18 ਸੈਂਟ ਤੋਂ 6 ਸੈਂਟ 'ਤੇ ਆ ਗਈ। ਮੈਂ ਹੁਣ ਬੜੇ ਮਾਣ ਤੇ ਫਖਰ ਨਾਲ ਕਹਿ ਰਿਹਾ ਵੀ ਉਹ ਕਮਾਈ ਜਿਹੜੀ ਸਾਡੇ ਪਰ ਹੈਡ ਜਿਹੜੀ ਹੈ ਅਗਾਂਹ ਵੱਧ ਕੇ ਫਿਰ 18 ਸੈਂਟ 'ਤੇ ਹੋ ਗਈ ਹੈ। ਔਰ ਦੂਸਰੀ ਗੱਲ, ਸਾਡੀ ਜਿਹੜੀ ਐਕਸਪੋਰਟ ਦੀ ਰੀਚ ਹੈ ਜਿਹੜੀ, ਉਹ ਸਾਡੀ ਡਿਫੈਂਸ ਦੇ ਵਿੱਚ ਪਹਿਲਾਂ ਸਿਰਫ 1900 ਕਰੋੜ ਰੁਪਈਆ ਸੀ, ਹੁਣ 16000 ਕਰੋੜ ਹੈ। ਔਰ ਇਹ ਰੀਚ ਜਿਹੜੀ ਹੈ ਕੇਵਲ ਜਿਹੜਾ ਸਾਡਾ ਐਕਸਪੋਰਟ ਹੈ, ਇਹ ਅਸੀਂ ਜਹਾਜ਼ ਆਪਣਾ ਬਣਾਉਣਾ ਸ਼ੁਰੂ ਕਰਤਾ। ਮੈਂ ਮੋਦੀ ਜੀ ਹਰਾਂ ਦੀ ਇਕੱਲਾ ਮੈਂ ਨਹੀਂ ਉਹਨਾਂ ਦੀ ਤਾਰੀਫ ਕਰ ਰਿਹਾ, ਉਹਨਾਂ ਦਾ ਪੂਰਾ ਵਰਲਡ। ਆ ਪਾਕਿਸਤਾਨ ਵਾਲੇ ਜਦੋਂ ਆਪਣੇ ਯੂਕਰੇਨ ਤੋਂ ਬੱਚੇ ਵਾਪਸ ਲਿਆਉਣੇ ਸੀ ਤਾਂ ਦੋਨਾਂ ਦੇਸ਼ਾਂ ਦੇ ਰਾਸ਼ਟਰਪਤੀ ਨੇ ਫੋਨ ਕੀਤਾ ਵੀ ਭਾਈ ਸਾਨੂੰ ਸਾਰੇ ਬੱਚੇ ਆ ਰਹੇ, ਇਹਨਾਂ ਨੂੰ ਆਪਣਾ ਸੀਜ਼ ਫਾਇਰ ਕਰਵਾਇਆ ਔਰ ਉਹਨਾਂ ਨੇ ਰਸਤਾ ਦਿੱਤਾ। ਉਹਨਾਂ ਨੇ ਕਿਹਾ ਵੀ ਤੁਹਾਡਾ ਨਾ ਜਿਹੜਾ ਵਿਅਕਤੀ ਜਾਂ ਤੁਹਾਡਾ ਵਹੀਕਲ ਜਿਹਦੇ 'ਤੇ ਤਿਰੰਗਾ ਝੰਡਾ ਲੱਗੇ ਹੋਵੇਗਾ ਤਾਂ ਅਸੀਂ ਉਹਨੂੰ ਰਸਤਾ ਦੇਵਾਂਗੇ। ਔਰ ਤੁਸੀਂ ਦੇਖੋ ਆ ਪਾਕਿਸਤਾਨ ਵਾਲੇ ਜਿਹੜੇ ਸਾਨੂੰ ਰੋਜ਼ ਗਾਲਾਂ ਕੱਢਦੇ ਹੁੰਦੇ ਸੀ, ਉਹ ਕਹਿੰਦੇ
ਉਹਨਾਂ ਨੇ ਵੀ ਤਿਰੰਗਾ ਝੰਡਾ ਆਪਦੇ ਵਹੀਕਾਂ ਤੇ ਲਾ ਕੇ ਹੱਥ ਵਿੱਚ ਫੜ ਕੇ ਆਪਣੀ ਜਾਨ ਬਚਾ ਕੇ ਮੋਦੀ ਜੀ ਦੇ ਕਾਰਨ ਆਪਣੀ ਜਾਨ ਬਚਾਉਣ ਵਿੱਚ ਉਹ ਸਫਲ ਹੋਏ। ਮੈਂ ਦੇਖ ਰਿਹਾ ਵੀ ਰਾਏ ਸਾਹਿਬ ਜਿਹੜੀ ਵੀ ਸਰਕਾਰ ਬਹੁਮਤ ਚ ਆਉਂਦੀ ਹੈ ਨਾ, ਬਹੁਮਤ ਦੇ ਵਿੱਚ ਆ ਕੇ ਉਹ ਆਪਣੀਆਂ ਚੰਮਦੀਆਂ ਚਲਾਉਣ ਲੱਗ ਪੈਂਦੀ, ਜਿਵੇਂ ਕਾਲੇ ਬਿੱਲਾਂ ਦੀ ਗੱਲ ਏ। ਆਪਾਂ ਬੜੇ ਅਦਾਰੇ ਜਿਹੜੇ ਨੇ, ਜਿਹੜੇ ਰੇਲਵੇ ਪ੍ਰਾਈਵੇਟ ਕਰ ਦੇਣੀ, ਬਿਜਲੀ ਵਿਭਾਗ ਪ੍ਰਾਈਵੇਟ ਕਰਕੇ ਇਸ ਤਰੀਕੇ ਨਾਲ ਆਪਣੀ ਇਕਾਨਮੀ ਚੱਕਣੀ ਚਾਹੀਦੀ ਕਿ ਜਿਹੜੇ ਅਦਾਰੇ ਚੱਲ ਰਹੇ ਨੇ ਉਹਨੂੰ ਹੋਰ ਡਿਵੈਲਪ ਕਰਨ ਦੀ ਲੋੜ ਹੁੰਦੀ। ਨਹੀਂ, ਮੈਂ ਤੁਸੀਂ ਦੇਖੋ ਨਾ, ਚਾਹੇ ਅਦਾਰੇ ਨੂੰ ਉਹਦੀਆਂ ਰਿਕਮੈਂਡ ਕਰਨ ਤੇ ਹੋਇਆ ਨਾ, ਨਹੀਂ ਰਿਕਮੈਂਡੇਸ਼ਨਸ ਪੜ੍ਹੋ ਉਹਨਾਂ ਦੀਆਂ। ਦੇਖੋ ਇਹ ਇਕੱਲੀ ਮੋਦੀ ਸਰਕਾਰ ਨਹੀਂ ਕਰ ਰਹੀ, ਸਾਰਿਆਂ ਨੇ। ਔਰ ਬਾਹਰ ਦੇ ਵਿੱਚ ਦੇਖੋ, ਆਪਾਂ ਬਾਹਰ ਦੇ ਜਿਹੜੀ ਇਹ ਸਾਰੇ ਸਿਸਟਮ ਨੂੰ ਸਲਾਹੁਣੇ ਜੀ, ਉਹ ਦੇਸ਼ ਨੇ ਬੜੀ ਤਰੱਕੀ ਕਰ ਲਈ। ਉਹਨਾਂ ਦਾ ਜਾ ਕੇ ਸਿਸਟਮ ਤਾਂ ਵੇਖੋ, 3-4 ਇਸ਼ੂਜ਼ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਈਵੇਟ ਨੇ ਉਹਨਾਂ ਦੇ। ਉਹਨਾਂ ਦਾ ਦੇਸ਼ ਹੈ ਨਾ ਜੀ ਰਾਏ ਸਾਹਿਬ, ਆਪਣਾ ਲੋਕਤੰਤਰਿਕ ਦੇਸ਼ ਹੈ। ਜੇ ਆਪਾਂ ਈਸਟ ਇੰਡੀਆ ਕੰਪਨੀ ਇੱਕ ਆਈ ਸੀ, ਉਹਨੇ ਸਾਰੇ ਮੁਲਕ ਤੇ ਰਾਜ ਕੀਤਾ, ਵੀ ਆਪਾਂ ਉਹ ਇੱਕ ਪ੍ਰਾਈਵੇਟ ਕਰਨਾ ਹੋ ਜੇ ਦੇਸ਼ ਦਾ। ਹਰਪਾਲ ਜੀ, ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਨਹੀਂ। ਤੁਸੀਂ ਦੇਖੋ ਵੀ ਕੈਨੇਡਾ ਡੈਮੋਕ੍ਰੇਸੀ ਹੈ, ਬਾਕੀ ਥਾਵਾਂ ਤੇ ਆਸਟ੍ਰੇਲੀਆ 'ਚ ਡੈਮੋਕ੍ਰੇਸੀ ਹੈ। ਜੇ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਅਮਰੀਕਾ ਦਾ, ਉੱਥੇ ਵੀ ਡੈਮੋਕ੍ਰੇਸੀ ਹੈ, ਔਰ ਮੈਂਬਰ ਪਾਰਲੀਮੈਂਟ ਵੀ ਇਲੈਕਟਡ ਹੈਗੇ ਆ। ਤਾਂ ਮੇਰੇ ਕਹਿਣ ਦਾ ਭਾਵ ਹੈ ਕਿ ਮੋਦੀ ਜੀ ਨੇ ਹੁਣ 5-6 ਇਸ਼ੂਜ਼, 5-6 ਜਿਹੜੇ ਸਾਡੇ ਹੁੰਦੇ, ਜਿਵੇਂ ਡਿਫੈਂਸ ਹੋ ਗਿਆ, ਫਾਈਨਾਂਸ ਹੋ ਗਿਆ, ਇਸ ਤਰ੍ਹਾਂ ਕਰਕੇ 5-6 ਜਿਹੜੇ ਸਾਡੇ ਹੈਗੇ ਨਾ, ਉਹਨਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਉਹ ਪ੍ਰਾਈਵੇਟ ਕਰਕੇ, ਤੇ ਉਹਦੇ ਵਿੱਚ ਇਸ ਵੇਲੇ ਉਹਨਾਂ ਦਾ ਜਿਹੜਾ ਗ੍ਰਾਫ ਉੱਚਾ ਹੈ ਜਾਂ ਉਹਨਾਂ ਕੋਲ ਪੈਸਾ। ਹੁਣ ਇਸ ਵੇਲੇ ਅਸੀਂ 5ਵੀਂ ਇਕਨੋਮੀ ਬਣ ਗਏ। ਮੈਂ ਮੋਦੀ ਜੀ, ਕਿਉਂਕਿ ਮੋਦੀ ਜੀ ਦਾ ਹੁਣ ਪਾਕਿਸਤਾਨ ਜਿਹੜਾ ਸਾਨੂੰ ਯੂਟਿਊਬਰ ਜਿੰਨੇ ਵੀ ਸੀ ਗਾਲਾਂ ਕੱਢਦੇ ਹੁੰਦੇ ਸੀ, ਅੱਜ ਕੱਲ੍ਹ ਮੋਦੀ ਜੀ ਜਿੰਦਾਬਾਦ। ਕਾਰਨ ਉਹ ਕੀ ਕਹਿੰਦੇ ਆ, ਸਾਡੇ ਬੇਗਾਨਾ ਮੁਲਕ ਕਹਿ ਰਿਹਾ ਹੈ। ਪੰਜਾਬ ਸਟੇਟ ਦੇ ਜਿਹੜੇ ਮੁੱਖ ਮੰਤਰੀ ਸਾਹਿਬ, ਉਹ ਕੱਲ੍ਹ ਵਿਧਾਨ ਸਭਾ 'ਚ ਕਹਿੰਦੇ ਵੀ ਸਾਰੇ ਕੰਮ ਇਹਨਾਂ ਨੇ ਰੋਕਤੇ ਨੇ, ਸੂਬੇ ਨੂੰ ਤੰਗ ਕਰਨ ਲਈ ਸੈਂਟਰ ਨੇ ਇੱਕ ਬੰਦਾ ਛੱਡਤਾ ਹੈ, ਵੀ ਸਾਡੇ ਵਿਕਾਸ ਫੰਡ ਜਿਹੜੇ ਨੇ, ਅੱਜ ਪਿੰਡਾਂ ਦੇ ਜਿਹੜਾ ਵਿਕਾਸ ਹੋਣਾ ਸੀ, ਉਹ ਸਾਰਾ ਉਹ ਸਾਰਾ ਕੁਝ ਸੈਂਟਰ ਤੇ ਬਲੇਮ ਲਾ ਰਹੇ ਨੇ। ਮੈਂ ਕਹਿੰਦਾ ਜੀ, ਭਗਵੰਤ ਮਾਨ ਨੂੰ ਆ ਜਰਾ ਜਿਹੜੀ ਆ ਨਾ, ਜਦੋਂ ਵੇਂਦਾ ਹੁੰਦਾ ਹੈ ਬਾਕੀ ਤੇ ਆਪਦੀਆਂ ਰੀਲਾਂ ਵੇਂਦਾ ਹੁੰਦਾ ਹੈ ਨਾ, ਅਸੀਂ ਤਾਂ, ਮੈਂ ਤਾਂ ਪੁਰਾਣੀਆਂ ਰੀਲਾਂ ਵੀ ਦੇਖੀਆਂ ਪਿੱਛੇ ਜੇ। ਉਹ ਕਹਿੰਦੇ ਨਾ 2/3 ਵਾਲੀ ਵੀ ਇੱਕ ਸੀਗੀ, ਇਹ ਕਹਿੰਦਾ ਸੀ ਨਾ ਵੀ ਉਹ ਵਿਆਹ ਦੇ ਉੱਤੇ ਕਟਾਸ਼ ਨੇ ਕੀਤੇ ਹੋਏ ਨੇ, ਵੀ ਉਹ ਇੱਕ ਵਿਅਕਤੀ ਬਾਹਰੋਂ ਆਉਂਦਾ ਹੈ ਤੇ ਉਹ 60 ਸਾਲ ਦਾ ਸੀ, 20 ਸਾਲ ਦੀ ਕੁੜੀ ਨਾਲ ਵਿਆਹ ਕੇ ਇਹਨੇ ਉਦੋਂ ਵੀਡੀਓ ਬਣਾਈ ਸੀ ਵੀ ਉਹ ਵਿਅਕਤੀ ਪੁੱਛਦਾ ਵੀ ਕਿੱਧਰ ਜਾਣਾ, ਕਹਿੰਦਾ ਜੀ ਮੈਂ 2/3 ਵਾਲਿਆਂ ਦੇ ਘਰ ਜਾਣਾ। 2/3 ਵਾਲੇ ਮਤਲਬ ਕਿ ਬਾਹਰੋਂ ਜਿਹੜੇ 60 ਸਾਲ ਦਾ ਇੱਕ ਬੰਦਾ ਆ ਕੇ 20 ਸਾਲ ਦੀ ਕੁੜੀ ਨਾਲ ਵਿਆਹ ਕੇ ਜਾਣਾ, ਤੇ ਇਹ 1/2 ਵਾਲੇ ਆ ਹੈ। ਮਤਲਬ ਕਿ ਉਮਰ ਦਾ ਲਿਹਾਜ਼ ਤਕਾਜ਼ਾ, ਜੇ ਹੁਣ ਕਿਸੇ ਨੇ ਕੋਈ ਕਿਹਾ ਹੈ ਤੇ ਉਹਨਾਂ ਦੇ ਪਰਸਨਲੀ ਕਟਾਸ਼ ਕਰਨ ਲੱਗ ਪਿਆ। ਔਰ ਦੂਸਰੀ ਗੱਲ, ਜੇ ਉਹਨਾਂ ਨੇ ਹੋਰ ਕਟਾਸ਼ ਤੋਂ ਗੱਲ ਚੱਲੀ, ਇੱਕ ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਆਪਣੇ ਫਾਇਦੇ ਲਈ ਦਾੜੀ ਖੁੱਲੀ ਨਹੀਂ ਕਰਦੇ ਤੇ ਬੰਨ੍ਹਦੇ ਨਹੀਂ ਗੇ। ਇਹ ਹੁਣ ਤੁਹਾਨੂੰ ਪਤਾ ਵੀ ਕਿਹਨਾਂ ਨੂੰ ਕਿਹਾ, ਪਰ ਦਾੜੀ ਖੁੱਲ੍ਹੜ ਬੰਨ੍ਹਣ ਵਾਲੇ ਬਿਆਨ ਨੂੰ ਕਿਵੇਂ ਵੇਖਦੇ? ਦੇਖੋ, ਸਾਡੇ ਗੁਰੂ ਸਾਹਿਬ ਨੇ ਨਾ ਗੁਰਬਾਣੀ ਦੇ ਵਿੱਚ ਸਾਬਤ ਸੂਰਤ ਦਸਤਾਰ ਸਿਰਾ, ਜੇ ਸਿਰ ਤੇ ਦਸਤਾਰ ਹੈ ਤਾਂ ਸਾਨੂੰ ਸਾਬਤ ਸੂਰਤ ਹੋਣਾ ਚਾਹੀਦਾ। ਦੂਸਰਾ, ਕੁੱਠਾ ਮਾਸ ਖਾਣਾ ਉਹ ਵੀ ਇੱਕ ਬੱਜਰ ਕਰੈਤ ਹੈ, ਪਰ ਤਰੇ ਰੂਪ ਨਾ ਪੇਖੇ ਨਿੱਤਰ, ਪ੍ਰਾਈਸ ਲਈ ਸੰਗ ਕਰਨਾ ਉਹ ਵੀ ਇੱਕ ਬੱਜਰ ਕਰੈਤ ਹੈ। ਮਤਲਬ ਕਿ ਇਹ ਆਪਾਂ ਪਹਿਲਾਂ ਹਾਂ ਤੰਬਾਕੂ ਦਾ ਸੇਵਨ, ਨਸ਼ੇ ਦਾ ਸੇਵਨ ਕਰਨਾ, ਮਤਲਬ ਕਿ ਆਪਣੇ ਕੇਸ ਕਤਲ ਕਰਾਉਣੇ। ਮੈਨੂੰ ਯਾਦ ਹੈ ਕਿ ਮੈਂ ਜਦੋਂ ਪੜ੍ਹਦਾ ਸੀ ਤਾਂ ਮੇਰੇ ਸਾਥੀ ਨਾਲ, ਉਹ ਮੇਰੇ ਦਾੜੀ ਨਹੀਂ ਸੀ ਆਈ, ਤਾਂ ਉਹ ਕਹਿੰਦੇ ਜੀ ਚੱਲ ਤੈਨੂੰ ਐਸੇ ਉਸ ਤਰ੍ਹਾਂ ਫੜਾ, ਮੈਂ ਉੱਥੋਂ ਭੱਜ ਗਿਆ। ਮੈਂ ਕਿ ਭੱਜ ਕੇ ਉਸ ਕੁਰਸੀ ਤੋਂ ਭੱਜ ਕੇ ਚਲਾ ਗਿਆ। ਮੇਰੇ ਕਹਿਣ ਦਾ ਭਾਵ ਹੈ ਕਿ ਜੇ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਸਾਨੂੰ ਕਹੀਆਂ ਨੇ, ਉਹ ਪਹਿਲਾਂ ਆਪਦੀ ਪੀੜ੍ਹੀ ਥੱਲੇ ਤੋਂ ਛੋਟਾ ਮਾਰ ਲਵੇ ਵੀ ਇਹ ਕਿੰਨੀਆਂ ਬੱਜਰ ਕਰੈਤਾਂ ਕੀਤੀਆਂ ਹੋਈਆਂ ਨੇ। ਹੁਣ ਕਿਸੇ ਦੀ ਉੱਪਰ ਕਟਾਸ਼ ਕਰਨਾ ਵੀ ਭਾਈ ਜਿਹੜਾ ਹੈਗਾ ਕਿ ਉਹ ਜਿਹੜਾ ਉਹਦੇ 'ਤੇ ਉਹਨੂੰ ਆਪਣਾ ਕਹਿ ਲਈਏ ਕਿ ਉਹ ਜੇ ਦਾੜੀ ਖੁੱਲੀ ਮੌਕੇ ਦੇ ਹਿਸਾਬ ਨਾਲ ਦਾੜੀ ਨੂੰ ਖੋਲ੍ਹ ਲੈਂਦੇ, ਬੰਦ ਕਰ ਦਿੰਦੇ ਆ। ਬਈ ਪਹਿਲਾਂ ਆਪ ਕਹਿੰਦਾ ਨਹੀਂ ਇਹਨੂੰ ਬੰਨ੍ਹ ਕੇ ਰੱਖੋ, ਖੋਲ੍ਹ। ਹੋਰ ਵੀ ਬੜੇ ਮਾਣ ਨਾਲ ਕਿਹਾ ਵੀ ਅਸੀਂ ਵੀ ਸਿੱਖ ਹਾਂ, ਅਸੀਂ ਕਹਿੰਦੇ ਵੀ ਜਿੱਥੇ ਨਿਸ਼ਾਨ ਸਾਹਿਬ ਦਿਸਦਾ ਉੱਥੇ ਮੱਥਾ ਟੇਕਦੇ ਹਾਂ। ਮੱਥਾ ਟੇਕਣਾ ਕਹਿੰਦੇ ਕਿ ਸਤਿਗੁਰੂ ਸਭ ਨੂੰ ਦੇਖਦਾ, ਜੇ ਤਾਂ ਜਗ ਸੰਸਾਰ ਡਿੱਠੇ ਮੁਕਤ ਨਾ ਹੋਵੇ, ਜਿਸ ਚਿਰ ਸ਼ਬਦ ਨਾ ਕਰੇ ਵਿਚਾਰ। ਅਰੇ ਭਾਈ, ਮੁਕਤ ਹੋਣਾ ਹੈ, ਮੁਕਤ ਹੋਣਾ, ਜਿਉਂਦੇ ਜੀ ਮੁਕਤ ਹੋਣਾ ਹੈ। ਸ਼ਬਦ ਦੀ ਵਿਚਾਰ ਵੀ ਕਰ ਲਓ, ਜੋ ਵਿੱਚ ਲਿਖਿਆ ਉਹਨੂੰ ਵੀ ਆਪਣੇ ਆਚਾਰ ਵਿਹਾਰ ਕਿਰਦਾਰ ਵਿੱਚ ਲੈ ਆਓ। ਔਰ ਗੁਰੂ ਸਾਹਿਬ ਤਾਂ ਕਹਿੰਦੇ ਸਾਬਤ ਸੂਰਤ ਦਸਤਾਰ ਸਿਰਾ, ਤੇ ਕਿਤੇ ਸਾਬਤ ਸੂਰਤ ਹੈਗੇ ਆਪ ਤਾਂ ਇਹ ਮਾਨ ਸਾਹਿਬ ਸਾਬਤ ਸੂਰਤ ਨਹੀਂ ਹੈਗੇ, ਤੇ ਦੂਜੇ ਨੂੰ ਕਹਿਣਾ ਦਾੜੀ ਖੁੱਲੀ ਹੈ ਕਿਸੇ ਨੇ ਬੰਨੀ ਹੈ, ਕਿਉਂਕਿ ਕਟਾਈ ਤਾਂ ਨਹੀਂ ਹੈਗੀ। ਧਾਲੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਅਸੀਂ ਸਿੱਖ ਹਾਂ, ਵੀ ਇਹ ਕਹਿੰਦੇ ਵੀ ਦਖਲਅੰਦਾਜ਼ੀ, ਜਿਵੇਂ ਤੁਸੀਂ ਕਿਹਾ ਵੀ ਭਾਜਪਾ ਗੁਰਦੁਆਰੇ ਦਖਲਅੰਦਾਜ਼ੀ ਨਹੀਂ ਦੇਗੀ ਸਾਡੀ ਪਾਰਟੀ। ਕਾਂਗਰਸ ਨੇ ਵੀ ਕਹਿਤਾ ਵੀ ਅਸੀਂ ਦਖਲਅੰਦਾਜ਼ੀ ਨਹੀਂ ਦਾਂਗੇ। ਹਾਂਜੀ,
ਪਰ ਇਹ ਪਾਰਟੀ ਮਤਲਬ ਕਹਿੰਦੇ ਵੀ ਅਸੀਂ ਇੱਕ ਸਿੱਖ ਹੋਣ ਦੇ ਨਾਂ ਤੇ ਅਸੀਂ ਕਰਾਂਗੇ ਵੀ ਅਸੀਂ ਗੁਰਬਾਣੀ ਦਾ ਪ੍ਰਸਾਰਣ ਫ੍ਰੀ ਕਰਾਂਗੇ। ਤੁਸੀਂ ਕਹਿਤਾ ਵੀ ਬਿਲਕੁਲ ਹੈ ਹੀ ਫ੍ਰੀ ਹੈ, ਵੀ ਤੁਸੀਂ ਉਹਨਾਂ ਦੇ ਜਿਹੜੇ ਵੱਖਰਾ ਚੈਨਲ ਹਰੇਕ ਨੂੰ ਇਹ ਦੇਣ ਦੀ ਗੱਲ ਪ੍ਰਸਾਰਣ ਦੀ, ਤੁਸੀਂ ਉਹਦੇ ਨਾਲ ਸਹਿਮਤ ਹੋ ਕਿ ਨਹੀਂ ਪੀਟੀਸੀ ਦੇ ਵਿਰੋਧ ਚੋਂ ਕਿ ਹੱਕ 'ਚ? ਨਹੀਂ, ਦੇਖੋ ਪੀਟੀਸੀ ਅੱਛਾ ਕੰਮ ਕਰ ਰਹੀ ਹੈ। ਪੀਟੀਸੀ ਜਿਹੜਾ ਆਪਣਾ ਚੈਨਲ ਗੁਰਬਾਣੀ ਦੇ ਉੱਪਰ ਹਰੇਕ ਬੰਦੇ ਨੂੰ ਲਾਲਸਾ ਹੁੰਦੀ ਵੀ ਸਵੇਰੇ ਯਾਰ ਹਰਿਮੰਦਰ ਸਾਹਿਬ ਤੋਂ ਅਸੀਂ ਕੀਰਤਨ ਸੁਣੀਏ। ਕੋਈ ਕਮੀ ਤਾਂ ਨਹੀਂ ਲੱਗੀ? ਨਹੀਂ, ਮੈਨੂੰ ਕਮੀ ਹੈ, ਕੋਈ ਕਮੀ ਨਹੀਂ। ਮੈਂ ਕਹਿੰਦਾ ਜੇ ਇਹ ਚੈਨਲ ਹੋ ਗਏ, ਉੱਥੇ ਕੈਮਰਿਆਂ ਵਾਲੇ ਕਿੰਨੇ ਹੋ ਜਾਣਗੇ? ਉੱਥੇ ਜਿਹੜਾ ਸਾਡਾ ਜਿਹੜਾ ਪਰਿਆਵਰਨ ਹੈ, ਜੇ ਤਾਂ ਪਹਿਲਾਂ ਹੀ ਹਰਿਮੰਦਰ ਸਾਹਿਬ 'ਚ ਤਾਂ ਪਹਿਲਾਂ ਹੀ ਰਸ਼ ਬਹੁਤ ਹੁੰਦਾ, ਤੇ ਜੇ ਸਾਡੇ ਉੱਥੇ ਜਿੰਨੇ ਵੀ ਜਾਣ ਵਾਲੀ ਸੰਗਤ ਉਹਨੇ ਚੈਨਲਾਂ ਵਾਲੇ ਆ ਗਏ, ਉਹਨੇ ਕੈਮਰੇ ਵਾਲੇ ਗਏ, ਉਹਨੇ ਉਹਨਾਂ ਦੇ ਗਾਂ ਜਿਹੜੇ ਦੂਸਰੇ ਚਲਾਉਣ ਵਾਲੇ ਆ ਗਏ, ਤੇ ਫਿਰ ਤੁਸੀਂ ਦੇਖੋ ਨਾ, ਅਸੀਂ ਇਹ ਵੀ ਦੇਖਣਾ ਹੈ। ਕਹਿੰਦੇ ਕੈਮਰੇ ਉਹੀ ਰਹਿਣਗੇ, ਵੀ ਅਸੈਸ ਸਾਰਿਆਂ ਨੂੰ ਦਿੱਤੀ ਜਾਏਗੀ, ਕਾਪੀਰਾਈਟ ਦਾ ਕੋਈ ਕੇਸ ਨਹੀਂ ਹੋਏਗਾ। ਮੈਂ ਕਹਿੰਦਾ ਅਸੈਸ ਦੇਣ ਦੀ ਕੀ ਲੋੜ ਹੈ? ਜੇ ਪੀਟੀਸੀ ਚੈਨਲ ਆਲਰੇਡੀ ਫ੍ਰੀ ਦੇ ਰਿਹਾ ਤੇ ਅਸੈਸ ਦੇਣ ਸਿਰਫ ਇੰਟਰਫੀਅਰੈਂਸ ਕਾਰਨ ਹੈ ਕਿ ਵੀ ਅਸੀਂ ਅਸੈਸ ਦੇ ਕੇ ਆਪਦਾ ਉਹ ਜਿਹੜਾ ਨਾ ਉਹਦੀ ਆੜ ਦੇ ਵਿੱਚ ਆਪਦਾ ਚਿਹਰਾ ਦਿਖਾਵਾਂਗੇ। ਅਸੀਂ ਅੱਗੇ ਤੁਹਾਡਾ ਕਹਿਣਾ ਵੀ ਆਪਣੀ ਪਾਰਟੀ ਦਾ ਪ੍ਰਚਾਰ ਕਰਨਗੇ? ਬਿਲਕੁਲ 100% ਅੱਗੇ ਕਿਉਂ ਨਹੀਂ ਕਰ ਰਹੇ? ਸਾਡੇ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਕੇਰਲਾ ਦੇ ਵਿੱਚ, ਕਿਤੇ ਗੁਜਰਾਤ ਦੇ ਵਿੱਚ ਪੈਸਾ ਜਾ ਰਿਹਾ, ਕਦੇ ਹਿਮਾਚਲ ਜਾ ਰਿਹਾ, ਹੁਣ ਰਾਜਸਥਾਨ 'ਚ ਲੱਗੇ ਹੋਏ ਨੇ। ਆਪਦਾ ਕਰਨ ਕੇਜਰੀਵਾਲ ਸਾਹਿਬ, ਇਹ ਆਪਦੇ ਜਿਹੜੇ ਵਰਕਰ ਨੇ, ਸਾਡੀ ਹੁਣ ਪਾਰਟੀ ਹੈ, ਸਾਡੇ ਤੋਂ ਉਹਨਾਂ ਨੇ ਪਿੱਛੇ ਉਹਨਾਂ ਨੇ ਜਿਹੜੇ ਹੈਗੇ ਵੀ ਉਹਨਾਂ ਨੇ ਕਿਹਾ ਵੀ ਆਪਦੇ ਹਿਸਾਬ ਨਾਲ ਤੁਸੀਂ ਜਿਹੜਾ ਜਿੰਨੀ ਵੀ ਰਿਕੁਆਇਰਡ ਪੇਮੈਂਟ 2000 ਰੁਪਈਆ ਹੁੰਦਾ ਹੈ, ਉਹਨਾਂ ਨੇ ਸਾਡੇ ਤੋਂ ਲਏ ਆ। ਇਹ ਆਪਦੇ ਵਰਕਰਾਂ ਤੋਂ ਲੈਣ ਔਰ ਉਹ ਉਹਦੇ ਨਾਲ ਆਪਦੀ ਪਾਰਟੀ ਨੂੰ ਚਲਾਉਣ, ਨਾ ਕਿ ਪੰਜਾਬ ਤੇ ਪੰਜਾਬੀਆਂ ਦੇ ਖੂਨ ਪਸੀਨੇ ਦੇ ਕੀਤੇ ਹੋਏ ਇਕੱਠੇ ਟੈਕਸ ਨੂੰ ਮਿਸਯੂਟੀਲਾਈਜ਼ ਕਰਕੇ ਸਟੇਟਾਂ ਵਿੱਚ ਇਸ਼ਤਿਹਾਰਬਾਜ਼ੀ ਕੇਰਲਾ ਵਿੱਚ ਹੋ ਰਹੀ ਹੈ, ਇਸ਼ਤਿਹਾਰਬਾਜ਼ੀ ਰਾਜਸਥਾਨ 'ਚ ਹੋ ਰਹੀ ਹੈ, ਇਸ਼ਤਿਹਾਰਬਾਜ਼ੀ ਮੈਂ ਗੁਜਰਾਤ 'ਚ ਹੋਈ, ਹਿਮਾਚਲ 'ਚ ਹੋਈ, ਕਿਹੜੀ ਸਟੇਟ 'ਚ ਨਹੀਂ ਇਸ਼ਤਿਹਾਰਬਾਜ਼ੀ? ਚਿਹਰੇ ਇਹਨਾਂ ਦੇ ਦੋ ਔਰ ਜਾ ਕੇ ਵਿਖਾਏ ਜਾਂਦੇ ਆ ਪੈਸੇ ਪੰਜਾਬੀਆਂ ਦੇ। ਪੰਜਾਬੀਆਂ ਦੇ ਇਹ ਤਾਂ ਹੁਣ ਮੇਰੇ ਖਿਆਲ ਕੇਜਰੀਵਾਲ ਦਾ ਪਾਇਲਟ ਹੀ ਬਣਿਆ ਹੋਇਆ। ਔਰ ਉਹ ਜਿਹੜਾ ਜਹਾਜ਼ ਹੁਣ ਪਿੱਛੇ ਜੇ ਇਹਨਾਂ ਨੇ ਕਿਹਾ ਸੀ ਅਸੀਂ ਉਹ ਲੈਣਾ, ਮੇਰੇ ਖਿਆਲ ਲੈ ਹੀ ਲਿਆ, ਜਿਹੜਾ ਆਪਣਾ ਉਹ ਜਿਹੜਾ ਪਲੇਨ ਦੇ ਉੱਪਰ, ਕਿਉਂਕਿ ਨਾ ਵੀ ਜਿਹੜਾ ਹੈਲੀਕਾਪਟਰ ਉਹ ਸਲੋ ਚੱਲਦਾ ਹੈ, ਵੀ ਅਸੀਂ ਛੇਤੀ ਭੱਜ ਕੇ ਵਾਹ ਸਾਰੀਆਂ ਸਟੇਟਾਂ 'ਚ ਹੁਣ ਕਰਨਾਟਕਾ 'ਚ ਇਲੈਕਸ਼ਨ ਲੜੀ, ਸਾਰੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਨੇ ਜੀ। ਤਾਂ ਗੁਜਰਾਤ ਦੇ ਵਿੱਚ ਇੱਕ ਮੈਂ ਵੇਖ ਰਿਹਾ ਸੀਗਾ, ਬੜਾ ਸੋਹਣਾ ਕਟਾਸ਼ ਕਿਸੇ ਨੇ ਕੀਤਾ, ਤੇ ਉਹ ਨਾ ਕੁਰਸੀਆਂ ਉਹਨੇ ਸਿਰ 'ਤੇ ਰੱਖੀਆਂ, ਉਹ ਲਈ ਹੋਵੇ ਤੇ ਅੱਗੋਂ ਪ੍ਰੈਸ ਰਿਪੋਰਟਰ ਮਿਲ ਗਿਆ, ਤੁਹਾਡੇ ਵਰਗਾ ਕੋਈ ਹੋ ਗਿਆ, ਵੀਰ ਕਿੱਧਰ ਚੱਲਿਆ? ਉਹ ਕਹਿੰਦਾ ਨਹੀਂ ਮੈਨੂੰ ਜਾਣਦੇ ਕਹਿੰਦਾ ਯਾਰ ਕੁਰਸੀ ਤੁਸੀਂ ਤਾਂ ਕਹਿੰਦੇ ਅਸੀਂ ਇੰਨੀਆਂ ਸੀਟਾਂ ਲੈਣੀਆਂ। ਕਹਿੰਦਾ ਭਰਾਵਾ ਅਸੀਂ ਤਾਂ ਆਪਦੇ ਲੋ ਜੇ ਜ਼ਿਆਦਾ ਮਿਲਦੀਆਂ ਟਰੱਕ 'ਤੇ ਲੈ ਕੇ ਆਉਂਦੇ, ਆਮ ਤਾਂ 5 ਕੁਰਸੀਆਂ ਮੈਂ ਕਹਿੰਦਾ 5 ਮਿਲੀਆਂ ਸਾਨੂੰ, 5 ਸਿਰ 'ਤੇ ਰੱਖ ਕੇ ਲੈ ਆਂਦੀ ਆ। ਉਹ ਇਹ ਆ ਕਿ ਇਹ ਨਾ ਬੜੀ ਵੱਡੀ ਲਾਲਸਾ ਰੱਖਦੇ ਆ, ਲਾਲਸਾ ਵੀ ਰਾਜ ਭਾਗ ਦੀ, ਔਰ ਉਹਦੇ ਵਿੱਚ ਭਾਵਨਾ ਕੀ? ਪਹਿਲਾਂ ਕਹਿੰਦੇ ਸੀ ਅਸੀਂ ਜੀ ਬਿਲਕੁਲ ਕਦੀ ਜਿਹੜਾ ਹੈਗਾ ਨਾ ਸਿਕਿਉਰਿਟੀ ਨਹੀਂ ਲਾਂਗੇ, ਅਸੀਂ ਛੋਟੇ ਸਿੰਪਲ ਘਰਾਂ 'ਚ ਰਹਾਂਗੇ। ਹੁਣ 50 ਕਰੋੜ ਰੁਪਈਆ ਇਹਦੇ ਬੌਸ ਨੇ ਲਾਤਾ, ਜਿਹੜਾ 50 ਕਰੋੜ ਆਪਦੇ ਜਿਹੜਾ ਕਹਿੰਦਾ ਸੀ ਮੈਂ ਛੋਟਾ ਜਿਹਾ ਘਰ ਲੈਣਾ, ਜਾਂ ਵੱਡੇ ਘਰ ਦੀ ਕੀ ਲੋੜ ਹੈ? 2 ਸਟੇਟਾਂ ਦੀ ਸਿਕਿਉਰਿਟੀ ਲਈ ਫਿਰਦਾ। ਇਹ ਵੀ ਇਹ ਸਾਰੇ ਪਰਿਵਾਰ ਨੇ ਦੂਜਿਆਂ ਨੂੰ ਕਹਿ ਦਿੰਦਾ ਵੀ ਇਹ ਤਾਂ ਲੋਹੇ ਦੇ ਬਣੇ ਹੋਏ ਆ ਭਗਵੰਤ ਸਿੰਘ ਮਾਨ, ਤੇ ਆਪ ਇਹਦਾ ਸਾਰੇ ਦਾ ਸਾਰਾ ਪਰਿਵਾਰ ਸਿਕਿਉਰਿਟੀ ਦੇ ਅੰਦਰ ਹੈ, ਸਿਕਿਉਰਿਟੀ ਕਵਰ ਦੇ ਅੰਦਰ ਹੈ। ਔਰ ਮੈਂ ਕਿਹਾ 50 60 100 ਬੰਦਾ ਨਾਲ ਉਹਨਾਂ ਦੇ, ਕਿੰਨੇ ਲੋਕਾਂ ਦਾ ਪੈਸਾ ਜਿਹੜਾ ਖੂਨ ਪਸੀਨੇ ਦਾ ਇਹਨਾਂ ਦੇ ਪਰਿਵਾਰ ਦੀ ਸਿਕਿਉਰਿਟੀ 'ਤੇ ਜਾ ਰਿਹਾ। ਔਰ ਮੈਂ ਪੰਜਾਬ ਦਾ ਇੱਕ ਨਿਵਾਸੀ ਹਾਂ, ਔਰ ਮੈਂ ਅਲੱਗ-ਅਲੱਗ ਅਹੁਦੇ 'ਤੇ ਚੇਅਰਮੈਨ ਵੀ ਰਿਹਾ ਆਪਣੇ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀ ਕਮਿਊਨਿਟੀਜ਼, ਇਨਫੋਟੈਕ ਦਾ ਚੇਅਰਮੈਨ ਰਿਹਾ। ਅਤੇ ਇਹਨਾਂ ਲੋਕਾਂ ਨੇ ਮੈਨੂੰ ਤਾਂ ਅਜੇ ਤੱਕ ਨਹੀਂ ਸਿਕਿਉਰਿਟੀ ਕਵਰ ਦਿੱਤਾ, ਔਰ ਇਹ ਸਿਕਿਉਰਿਟੀ ਕਵਰ ਘੱਟ ਕਰਾ ਕੇ ਵੀ ਫਿਰ ਬੰਦਿਆਂ ਦਾ ਲੀਕ ਕਰਦੇ ਨੇ ਵੀ ਭਾਈ ਇਹਨਾਂ ਸਿਕਿਉਰਿਟੀ ਕਵਰ ਜਿਹੜਾ ਅਸੀਂ ਘੱਟ ਕਰਾਤਾ, ਔਰ ਆਪਦੀਆਂ ਸਿਕਿਉਰਿਟੀ ਦਿਨ ਵਧਾਈ ਜਾਂਦੇ ਆ। ਔਰ ਗਲਤ ਆਪਣੇ ਆਪ ਨੂੰ ਕਨਵੀਨਰ ਜਿਹੜਾ ਬਣਾ ਕੇ ਮਾਨਯੋਗ ਕੇਜਰੀਵਾਲ ਜੀ ਨੇ ਵੀ ਇਹ ਕਨਵੀਨਰ ਜਿਹੜੇ ਪੰਜਾਬ ਤੋਂ ਵੀ ਹੈ ਆਪਦੀ ਪਾਰਟੀ ਦੇ ਸਿਸਟਮ 'ਚ ਕੋਈ ਬਣਾ ਕੇ ਤੇ ਉਹਨੂੰ ਜੋੜ ਕੇ ਤੇ ਨਾਲ ਸਿਕਿਉਰਿਟੀ ਪੰਜਾਬ ਦੀ ਵੀ ਲਈ ਹੋਈ ਹੈ ਔਰ ਦਿੱਲੀ ਦੀ ਵੀ ਲਈ ਹੋਈ ਹੈ। ਇਹ ਵੀ ਮਾਨਯੋਗ ਮਾਨ ਸਾਹਿਬ ਵੀ ਆਪਦੇ ਕੋਲ ਵੇਖਣ ਕਿ ਕਿੰਨੀਆਂ ਇਹਨਾਂ ਕੋਲ ਗੱਡੀਆਂ ਨੇ, ਕਿੰਨਾ ਸਟਾਫ ਹੈ, ਕਿੰਨਾ ਕੁਛ ਹੈ। ਨਹੀਂ ਤਾਂ ਇਹ ਤਾਂ ਕਹਿੰਦੇ ਸੀ ਅਸੀਂ ਤਾਂ ਛੋਟੇ ਜਿਹੇ ਘਰ 'ਚ ਰਵਾਂਗੇ, ਹੁਣ ਘਰ ਵਿੱਚ 3 ਕੋਠੀਆਂ ਮੱਲੀਆਂ ਹੋਈਆਂ ਨੇ ਇਹਨਾਂ ਨੇ। ਔਰ ਰਾਘਵ ਚੱਡਾ ਉਹ ਕਹਿੰਦਾ ਵੀ ਮੈਂ ਤਾਂ ਵੱਡਾ ਘਰ ਟਾਈਪ 7 ਛੱਡਣਾ ਹੀ ਨਹੀਂਗਾ, ਮੇਰਾ ਤਾਂ ਹੁਣ ਵਿਆਹ ਹੋਣਾ, ਟਾਈਪ 7 ਮੈਂ ਨਹੀਂ ਛੱਡਣਾ। ਹੁਣ ਕਿਉਂ ਛੋਟਾ ਘਰ ਨਹੀਂ ਉਹਨੂੰ ਦਿਸਦਾ? ਇਹ ਲੋਕ ਨਾ ਕਥਨੀ ਅਤੇ ਕਰਨੀ ਦਾ ਇਹਨਾਂ ਦਾ ਬਹੁਤ ਅੰਤਰ ਹੈ। ਇਹ ਇਸ ਚੀਜ਼ 'ਤੇ ਇਹ ਆਪਣੇ ਥੋੜ੍ਹੇ
ਪੀੜੀ ਥੱਲੇ ਸੋਟਾ ਮਾਰਨ ਔਰ ਧਿਆਨ ਕਰਨ। ਸਿਕਿਉਰਿਟੀ ਸਾਡੇ ਵਰਗੇ ਬੰਦਿਆਂ ਨੂੰ ਤਾਂ ਇੱਕ ਬੰਦਾ ਵੀ ਨਹੀਂ ਦਿੱਤਾ ਆ। ਇਹਨਾਂ ਨੂੰ ਪਤਾ ਨਹੀਂ ਕਿ ਜਦੋਂ ਸਿਕਿਉਰਿਟੀ ਇਹ ਸਿਕਿਉਰਿਟਾਈਜ਼ ਕਰਦੇ ਆ ਕਿ ਇਹ ਨਹੀਂ ਦੱਸਦਾ ਮਨਜੀਤ ਸਿੰਘ ਰਾਏ ਵੀ ਕੋਈ ਵਿਅਕਤੀ ਹੈਗਾ ਜਿਹੜਾ ਚੇਅਰਮੈਨ ਰਹਿ ਕੇ ਆਇਆ ਨੈਸ਼ਨਲ ਕਮਿਸ਼ਨ। ਸਿਕਿਉਰਿਟੀ ਲਈ ਵੇਖਿਆ ਵੀ ਬੜੇ ਜਾਣੇ ਸੈਂਟਰ ਨਾਲ ਹੱਥ ਮਿਲਾ ਲੈਂਦੇ ਵੀ ਸੈਂਟਰ ਨਾਲ ਰਲ ਜਾਂਦੇ, ਦੂਜੀ ਪਾਰਟੀ ਜੋ ਟਪੂਸੀ ਮਾਰ ਕੇ ਉਧਰ ਤੇ ਉਧਰ ਸਿਕਿਉਰਿਟੀ ਨਾਲ ਲੈ ਕੇ ਆ ਜਾਂਦੇ। ਤੁਸੀਂ ਸਭ ਤੋਂ ਪੁਰਾਣੇ ਜੀ, ਜਿਹੜੇ ਨਵੇਂ ਰਲਦੇ ਨੇ ਉਹ ਸਿਕਿਉਰਿਟੀ ਲੈਣੇ, ਤੁਹਾਨੂੰ ਕਿਉਂ ਨਹੀਂ ਸੈਂਟਰ ਦੇ ਰਿਹਾ? ਉਹ ਦੇਖੋ ਹਰਪਾਲ ਜੀ, ਦੇਖੋ ਜੇ ਸਟੇਟ ਨੂੰ ਲੱਗਦਾ, ਮੇਰੇ ਕੋਲ ਪਹਿਲਾਂ 17 ਸਾਲ ਰਹੀ ਹੈ, ਸਟੇਟ ਜਾਂ ਸੈਂਟਰ ਨੂੰ ਲੱਗੇਗਾ ਦੇ ਦੇਣ, ਨਹੀਂ ਤਾਂ ਇਹ ਜਿਹੜਾ ਇਹ ਪਲਾਨ ਕਰਕੇ ਕੁਛ ਲੋਕ ਹਾਂ ਕਾਹਦੇ ਲਈ ਮੈਂ ਤਾਂ ਕਹਿੰਦਾ ਇੱਕ ਮੈਨੂੰ ਇਹ ਨਹੀਂ ਦੱਸਦਾ ਪਤਾ ਲੱਗਦਾ ਵੀ ਇਹ ਜਿਹੜਾ ਕਹਿੰਦੇ ਵੀ ਅਸੀਂ ਸਕਰੂਟਨਾਈਜ਼ ਕਰਦੇ ਹਾਂ, ਇਹਨਾਂ ਸਕਰੂਟਨਾਈਜ਼ ਕੀਤਾ ਕਿੱਥੇ, ਕਿਹੜੇ ਵਿਅਕਤੀ ਪ੍ਰੋਮੀਨੈਂਟ ਨੇ ਔਰ ਜਿਹੜੇ ਬੰਦੇ ਇਹਨਾਂ ਦੇ ਕਿਸੇ ਲੈਵਲ 'ਚ ਵੀ ਨਹੀਂ ਹੈਗੇ ਜਾਂ ਕਿਸੇ ਲੈਵਲ 'ਚ ਕੰਮ ਵੀ ਨਹੀਂ ਕੀਤਾ। ਮੈਂ ਤਾਂ ਨਰਿੰਦਰ ਮੋਦੀ ਜੀ ਦਾ ਖਾਸ ਉਹਨਾਂ ਦਾ ਨਾਲ ਸਾਥੀ ਰਿਹਾ, ਉਹਨਾਂ ਦੇ ਨਾਲ ਐਜ਼ ਆਪਣਾ ਸਟੇਟ ਪ੍ਰੈਜ਼ੀਡੈਂਟ ਕਿਸਾਨ ਮੋਰਚਾ 98 ਦੇ ਵਿੱਚ ਕੰਮ ਕੀਤਾ। ਫਿਰ ਉਹਨਾਂ ਮੈਨੂੰ ਸੈਕਟਰੀ ਬਣਵਾਇਆ ਸੀ, ਸਕੱਤਰ ਬਣਵਾਇਆ ਸੀ ਭਾਰਤੀ ਜਨਤਾ ਪਾਰਟੀ ਦਾ। ਔਰ ਉਸ ਵਿਅਕਤੀ ਦੇ ਨਾਲ ਮੈਂ ਹੁਣ ਐਜ਼ ਏ ਕਮਿਸ਼ਨ ਦੇ ਵਿੱਚ ਮੈਂਬਰ, ਵਾਈਸ ਚੇਅਰਮੈਨ, ਆਫੀਸ਼ੀਏਟਿੰਗ ਚੇਅਰਮੈਨ NCM ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀ ਕਮਿਊਨਿਟੀਜ਼ ਦੇ ਕੰਮ ਕਰਕੇ ਆ। ਮੈਂ ਤਾਂ ਮੋਦੀ ਦੇ ਖਾਸ ਬੰਦਾ ਹਾਂ, ਤਾਂ ਉਸ ਦੇ ਬਾਵਜੂਦ ਵੀ ਇਹਨਾਂ ਦੀ ਜਦੋਂ ਸਕਰੂਟਨਾਈਜ਼ ਕਰਦੇ ਆ ਉਦੋਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਇਸ ਵਿਅਕਤੀ ਨੂੰ ਵੀ ਸਿਕਿਉਰਿਟੀ ਦੇਣੀ ਹੈ। ਔਰ ਜਿਹੜੇ ਇਹਨਾਂ ਦਾ ਕਿਸੇ ਕੋਈ ਉਹਨਾਂ ਦਾ ਲੈਵਲ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਉਹਨਾਂ ਨੂੰ ਆਪਦੇ ਪਰਿਵਾਰ ਨੂੰ ਤੇ ਬਾਕੀ ਲੋਕਾਂ ਨੂੰ 20-20 50-50 ਲੋਕਾਂ ਦੇ ਗਨਮੈਨ ਦਿੱਤੇ ਹੋਏ ਆ। ਸੋ ਧੰਨਵਾਦ। ਥੋੜੇ ਸਮੇਂ ਦੇ ਵਿੱਚ ਰਾਏ ਸਾਹਿਬ ਨੇ ਵਧੇਰੇ ਜਾਣਕਾਰੀਆਂ ਦਿੱਤੀਆਂ, ਪਰ ਸਿਆਣੇ ਕਹਿੰਦੇ ਵੀ ਖੂਹ ਦੀ ਆਵਾਜ਼ ਏ, ਜਿਹੋ ਜਿਹਾ ਬੋਲਾਂਗੇ ਉਹੋ ਜਿਹਾ ਸੁਣਾਂਗੇ। ਸੋ ਗੱਲਾਂ ਜਿਹੜੀਆਂ ਇਹਨਾਂ ਨੇ ਕਿਹਾ ਵੀ ਕਹਿਣੀ ਤੇ ਕਰਨੀ, ਕਿਉਂਕਿ ਭਗਵੰਤ ਮਾਨ ਸਾਹਿਬ ਨੇ ਕੇਂਦਰ ਵੱਲ ਰਾਜਪਾਲ ਦੇ ਉੱਤੇ ਉਂਗਲ ਉਠਾਈ ਵੀ ਪੇਂਡੂ ਵਿਕਾਸ ਰੋਕਣ ਦੀ ਗੱਲ ਕੀਤੀ, ਹੋਰ ਵੀ ਗੱਲਾਂ ਕਾਫੀ ਹੋਈਆਂ ਨੇ, ਪਰ ਇਹਨਾਂ ਨੇ ਵੀ ਜਵਾਬ ਦਰੁਸਤ ਦਿੱਤੇ ਵੀ ਜੋ ਤੁਸੀਂ ਕਿਹਾ ਸੀ ਵੀ ਸਿਕਿਉਰਿਟੀ ਅਸੀਂ ਘਟਾਵਾਂਗੇ, ਪਰ ਕਈਆਂ ਦੀਆਂ ਸਿਕਿਉਰਿਟੀਆਂ ਘਟਾ ਕੇ ਤੁਸੀਂ ਪਬਲਿਕ ਕਰਤੀਆਂ, ਪਰ ਜਿਨ੍ਹਾਂ ਨੂੰ ਲੋੜ ਨਹੀਂ ਉਹਨਾਂ ਨੂੰ ਤੁਸੀਂ ਬੇਅੰਤ ਸਿਕਿਉਰਿਟੀਆਂ ਦੇ ਦਿੱਤੀਆਂ। ਇਸ਼ਤਿਹਾਰਬਾਜ਼ੀ ਦੀ ਗੱਲ ਉਹ ਤੁਸੀਂ ਕਰਦੇ ਸੋ ਵੀ ਇਹ ਕੋਈ ਕਿਸੇ ਕੋਈ ਟੈਂਕੀ 'ਤੇ ਲਮਕਿਆ ਪਿਆ, ਕੋਈ ਮੁੱਖ ਮੰਤਰੀ ਬੱਸ 'ਤੇ ਲਮਕਦਾ ਹੁੰਦਾ ਇਸ਼ਤਿਹਾਰ, ਕੋਈ ਸੜਕਾਂ ਦੇ ਖੰਭਿਆਂ 'ਤੇ ਲਮਕਦਾ ਹੁੰਦਾ, ਪਰ ਅੱਜ ਇਹ ਕਹਿੰਦੇ ਵੀ ਹਰ ਪਾਸੇ ਜਿੱਥੇ ਵੇਖੀਏ ਭਗਵੰਤ ਮਾਨ ਸਾਹਿਬ ਅਤੇ ਕੇਜਰੀਵਾਲ ਦਿਖਦੇ, ਰਾਏ ਸਾਹਿਬ ਦਾ ਕਹਿਣਾ। ਸੋ ਬੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਥੋੜ੍ਹੇ ਸਮੇਂ ਦੇ ਵਿੱਚ। ਅੱਜ ਜਿੰਨੇ ਵੀ ਸਵਾਲ ਸਨ, ਭਖ ਦੇ ਮੁੱਦੇ ਜਿਹੜੇ ਪੰਜਾਬ ਦੇ ਜਿਹੜੇ ਮਤੇ ਪਾਸ ਕੀਤੇ ਗਏ, ਉਹਨਾਂ 'ਤੇ ਆਪਾਂ ਭਖ ਦੇ ਮੁੱਦਿਆਂ 'ਤੇ ਵਿਚਾਰ ਕੀਤੀ ਹੈ। ਕਮੈਂਟ ਬਾਕਸ ਦੇ ਵਿੱਚ ਦਰਸ਼ਕੋ ਤੁਸੀਂ ਆਪੋ ਆਪਣਾ ਸੁਝਾਅ ਦੇ ਸਕਦੇ ਹੋ। ਨਵੇਂ ਮੁੱਦੇ 'ਤੇ ਨਵੀਂ ਸ਼ਖਸੀਅਤ ਨਾਲ ਬਹੁਤ ਜਲਦੀ ਆਪਦੇ ਰੂਬਰੂ ਹੋਣੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।